ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ। ਸ਼੍ਰੀ ਹਰਿਗੋਬਿੰਦ ਸੁਭਿ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ ਪੁਨ ਪੁਨ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨਰਾਗ। ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਧੰਨ ਵਾਹਿਗੁਰੂ ਜੀਓ। ਪੁਸ਼ਪਨ ਸਮਝਾਦਿਓ ਤਬ ਸਾਰੇ ਅਨਿਕ ਸੁਗੰਧਨ ਪਾਏ ਉਦਾਰੇ। ਸ਼ਬਦ ਬਾਬੀ ਕਾ ਮਨ ਗਾਵੇ ਮਾਰੂ ਹਰ ਵਡ ਹੰਸ ਸੁਨਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਭਗਤ ਵਸ਼ਲ 10 ਗੁਰੂ ਸਾਹਿਬਾਨ ਦੇ ਆਤਮਿਕ ਸਰੂਪ ਕਲਯੁਗੀ ਜੀਵਨ ਨੂੰ ਤਾਰਨ ਹਾਰੇ ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿੰਨਾਂ ਦੀ ਪਵਿੱਤਰ ਮੁਕੱਦਸ ਬਾਰਗਾਹ ਅੰਦਰ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਅਥਾ ਸ਼ਰਧਾ ਭਾਵਨਾ ਸਹਿਤ
ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ। ਸ਼ਾਮ ਦੇ ਵੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਿੰਨਾਂ ਦੇ ਚਰਨ ਛੋਹ ਵਸਾਏ ਹੋਏ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਹਰਟਾ ਸਾਹਿਬ ਜੀ ਵਿਖੇ ਸੰਧਿਆ ਦੇ ਵੇਲੇ ਦੇ ਸ਼ਾਮਾਂ ਦੇ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ। ਸਭ ਤੋਂ ਪਹਿਲਾਂ ਅਸੀਂ ਗੁਰ ਇਤਿਹਾਸ ਦੇ ਨਾਲ ਜੁੜਦੇ ਹਾਂ। ਉਪਰੰਤ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਦੀ ਆਰੰਭਤਾ ਹੁੰਦੀ ਹੈ। ਭਾਵਨਾ ਵਾਲੇ ਬੇਅੰਤ ਗੁਰੂ ਕੇ ਸਿੱਖ ਲਾਹਾ ਪ੍ਰਾਪਤ ਕਰਦੇ ਹਨ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ। ਆਓ ਜੋ ਇਤਿਹਾਸ ਲੜੀਵਾਰ ਚੱਲ ਰਿਹਾ ਹੈ ਉਸ ਪਿਛਲਾ ਜੋ ਭਾਗ ਆਪਾਂ ਗੁਰੂ ਕੇ ਚਰਨਾਂ ਦੇ ਵਿੱਚ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦਾ ਇਤਿਹਾਸ ਜੋ ਸਰਵਣ ਕਰਦੇ ਆ ਰਹੇ ਹਾਂ, ਕੁਝ ਬਚਨ ਸਰਵਣ ਕਰਕੇ ਫਿਰ ਇਸ ਲੜੀਵਾਰ ਇਤਿਹਾਸ ਦੀ ਅੱਗੇ ਆਰੰਭਤਾ ਕਰਦੇ ਹਾਂ। ਪਿਛਲੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਸਾਰੀ ਸੰਗਤ ਨੂੰ ਹੁਕਮ ਭੇਜਿਆ ਹੈ ਕਿ ਭਾਈ ਅਸੀਂ ਹੁਣ ਸਰੀਰ ਛੱਡਣ ਲੱਗੇ ਹਾਂ ਔਰ ਅਗਲਾ ਗੁਰੂ ਥਾਪਿਆ ਜਾਏਗਾ। ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚੀ ਹੈ ਵੱਡੀ ਗਿਣਤੀ ਦੇ ਵਿੱਚ ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੋਤਰੇ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ 'ਤੇ ਸੁਸ਼ੋਭਿਤ ਕੀਤਾ ਹੈ ਔਰ ਆਪ ਫਿਰ ਕੁਝ ਦਿਨਾਂ ਬਾਅਦ ਸੰਗਤ ਨੂੰ ਇੱਕ ਦਿਨ ਹੁਕਮ ਕੀਤਾ ਕਿ ਤੁਸੀਂ ਸਾਰੇ ਹੁਣ ਮਾਲਕ ਦੀ ਕੀਰਤੀ ਦੇ ਵਿੱਚ ਬੰਦਗੀ ਦੇ ਵਿੱਚ ਜੁੜੋ, ਸਿਮਰਨ ਕਰੋ ਸੁਬਾਹ ਸ਼ਾਮ। ਔਰ ਅਸੀਂ ਇਹ ਜੋ ਕੋਠੜਾ ਤਿਆਰ ਕੀਤਾ ਗਿਆ ਹੈ ਅਸੀਂ ਇੱਥੇ ਕੁਝ ਦਿਨ ਸਿਮਰਨ ਕਰਾਂਗੇ, ਮਾਲਕ ਦੀ ਇਬਾਦਤ ਦੇ ਵਿੱਚ ਜੁੜਾਂਗੇ ਔਰ 7ਵੇਂ ਦਿਨ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਬਚਨ ਕੀਤਾ ਸੀ ਸਰੀਰ ਨੂੰ ਛੱਡਾਂਗੇ। ਉਸ ਦਿਨ ਫਿਰ ਤੁਸੀਂ ਸਾਰਿਆਂ ਨੇ ਸਾਡੇ ਪਾਸ ਪਹੁੰਚਣਾ ਹੈ ਤੇ ਜੀ ਸਾਡੇ ਕੋਲ ਸਭ ਤੋਂ ਪਹਿਲਾਂ ਆਉਣਗੇ। ਉਹ ਜਿਹੜਾ ਕੋਠਾ ਹੈ ਉਹਦਾ ਦਰਵਾਜ਼ਾ ਖੋਲ੍ਹਣਗੇ ਔਰ ਫਿਰ ਸਾਰੀ ਸੰਗਤ ਆਏਗੀ। ਗਰੀਬ ਨਿਵਾਜ ਸਤਿਗੁਰਾਂ ਨੇ ਜਦੋਂ ਹੁਕਮ ਕੀਤਾ, ਸੰਗਤਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਬੈਰਾਗ ਹੈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਿੰਨੋਂ ਸਪੁੱਤਰ ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਗੁਰੂ ਤੇਗ ਬਹਾਦਰ ਜੀ ਔਰ ਦੋਨੋਂ ਮਹਿਲ, ਮਾਤਾ ਮਰਵਾਹੀ ਜੀ ਔਰ ਮਾਤਾ ਨਾਨਕੀ ਜੀ ਔਰ ਭਾਈ ਭਾਨਾ ਜੀ, ਭਾਈ ਰਾਏ ਜੋਧ ਸ਼ਾਹ ਔਰ ਇਸੇ ਤਰ੍ਹਾਂ ਬੇਅੰਤ ਹੋਰ ਗੁਰੂ ਕੇ ਪਿਆਰੇ ਭਾਈ ਪਰਮਾਨੰਦ ਜੀ, ਬਾਬਾ ਸੁੰਦਰ ਜੀ, ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਪਰਿਵਾਰਾਂ ਦੇ ਵਿੱਚੋਂ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਅੱਗੇ ਜਿਹੜੇ ਸਿੱਖ ਹੋਏ ਹਨ ਉਹਨਾਂ ਦੀ ਵੰਸ਼, ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਬੇਅੰਤ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰ ਹੈ। ਸੰਗਤਾਂ ਦੇ ਮਨ ਦੇ ਵਿੱਚ ਬਹੁਤ ਭਾਰੀ ਬੈਰਾਗ ਹੈ। ਸਤਿਗੁਰਾਂ ਨੇ ਧੀਰਜ ਬਖਸ਼ਿਆ ਤੇ ਜੈਸਾ ਪਾਤਸ਼ਾਹ ਜੀ ਹੁਕਮ ਕਰਕੇ ਗਏ ਸਨ, ਫਿਰ 7ਵੇਂ ਦਿਨ ਅੰਮ੍ਰਿਤ ਵੇਲੇ ਤੋਂ ਬਾਅਦ ਬਾਬਾ ਭਾਨਾ ਜੀ ਔਰ ਰਾਏ ਜੋਧ ਸ਼ਾਹ ਗੁਰੂ ਕੇ ਪਿਆਰਿਆਂ ਨੇ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਅੱਜ ਉਹ ਦਿਨ ਆਇਆ ਹੈ ਜਿਸ ਦਿਨ ਪਾਤਸ਼ਾਹ ਜੀ ਨੇ ਕਿਹਾ ਸੀਗਾ ਕਿ ਅਸੀਂ ਸਰੀਰ ਤਿਆਗਣਾ ਹੈ, ਛੱਡਣਾ ਹੈ। ਔਰ ਜਿਹੜਾ ਸਮਾਂ ਪਾਤਸ਼ਾਹ ਜੀ ਨੇ ਦਿਨ ਚੜ੍ਹੇ ਦਾ ਕਿਹਾ ਸੀਗਾ, ਸਮਾਂ ਹੋ ਗਿਆ ਹੈ, ਆਪ ਜੀ ਦਰਵਾਜ਼ਾ ਖੋਲ੍ਹੋ। 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਅੱਗੇ ਜਾ ਕਰਕੇ
ਕੁਝ ਸਮਾਂ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਹੋਇਆ ਹੈ। ਔਰ ਫਿਰ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਆਪ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ, ਜਿੱਥੇ ਸਤਿਗੁਰਾਂ ਨੇ ਸਰੀਰ ਤਿਆਗਿਆ ਜਿਸ ਕੋਠੇ ਦੇ ਅੰਦਰ, ਉੱਥੇ ਬਾਹਰ ਬੈਠ ਕੇ ਕੀਤਾ ਹੈ। ਔਰ ਫਿਰ ਅਰਦਾਸ ਕੀਤੀ ਹੈ ਸਤਵੇਂ ਪਾਤਸ਼ਾਹ ਜੀ ਨੇ। ਫਿਰ ਦਰਵਾਜ਼ਾ ਖੋਲ੍ਹਿਆ ਹੈ, ਅੰਦਰ ਦਾਖਲ ਹੋਏ। ਕੀ ਦੇਖਿਆ? ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰੀਰ ਛੱਡਿਆ ਹੈ ਔਰ ਕੰਧ ਦੇ ਨਾਲ ਪਿੱਠ ਜੋੜ ਕੇ ਬੈਠੇ ਹੋਏ ਹਨ, ਜਿਸ ਤਰ੍ਹਾਂ ਕੋਈ ਆਦਮੀ ਵੈਸੇ ਬੈਠਾ ਹੋਏ। ਸਤਿਗੁਰਾਂ ਨੇ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਸਰੀਰ ਛੱਡਿਆ ਹੈ ਔਰ ਜਾ ਕਰਕੇ ਸਾਰੀ ਸੰਗਤ ਨੇ, ਸਤਿਗੁਰਾਂ ਨੇ ਸੀਸ ਝੁਕਾਇਆ, ਨਮਸਕਾਰ ਕੀਤੀ ਹੈ। ਫਿਰ ਪਾਤਸ਼ਾਹ ਜੀ ਦਾ ਜਿਹੜਾ ਸਰੀਰ ਹੈ ਉਹਨੂੰ ਚੁੱਕ ਕਰਕੇ ਤੇ ਲਟਾਇਆ ਗਿਆ ਹੈ। ਔਰ ਫਿਰ ਭਾਈ ਭਾਨਾ ਜੀ, ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਔਰ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਔਰ ਇਸੇ ਤਰ੍ਹਾਂ ਰਾਏ ਜੋਧ ਸ਼ਾਹ, ਇਹ ਜਿਹੜੇ ਮਹਾਨ ਗੁਰੂ ਕੇ ਪਿਆਰੇ ਸਿੱਖ ਸਨ, ਸਾਰਿਆਂ ਨੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸਰੀਰ ਹੈ ਉਹਦਾ ਇਸ਼ਨਾਨ ਕਰਵਾਇਆ ਹੈ ਤੇ ਸੋਹਣੇ ਜਿਹੜੇ ਵਸਤਰ ਉੱਤੇ ਧਾਰਨ ਕੀਤੇ ਹਨ। ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਹੈ। ਮੁਖੀ ਸਿੱਖ ਤੇ ਮੁਖੀ ਮਸੰਦ ਸਾਹਿਬਾਨ ਗੁਰੂ ਘਰ ਦੇ ਸਾਰਿਆਂ ਨੇ ਅੱਗੇ ਆ ਕਰਕੇ ਗੁਰੂ ਸਾਹਿਬਾਨਾਂ ਦੇ ਅਖੀਰ ਵੇਲੇ ਦੀ ਜਿਹੜੀ ਸਾਰੀ ਕਿਰਿਆ ਉਹ ਨਿਭਾਈ ਹੈ। ਆਓ ਇਸ ਤੋਂ ਜਿਹੜਾ ਅਗਲੇਰਾ ਇਤਿਹਾਸ ਹੈ, ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਰਵਣ ਕਰਦੇ ਹਾਂ। ਇੱਕ ਵਾਰੀ ਸਾਰੀ ਸੰਗਤ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਸ਼ਪਨ ਸੋ ਸ਼ਾਦਿਓ ਤਬ ਸਾਰੇ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੁਖੀ ਸਿੱਖਾਂ ਨੇ ਸੋਹਣੇ ਢੰਗ ਦੇ ਨਾਲ, ਬੜੇ ਸਤਿਕਾਰ ਦੇ ਨਾਲ ਅੰਤਮ ਕਿਰਿਆ ਨਿਭਾ ਰਹੇ ਹਨ। ਸਰੀਰ ਦਾ ਇਸ਼ਨਾਨ ਕਰਵਾਇਆ ਗਿਆ ਹੈ ਤੇ ਫਿਰ ਸਾਰੇ ਪਾਸੇ ਸੁਗੰਧੀ ਖਿਲਾਰਨ ਵਾਸਤੇ ਕੁਝ ਫੁੱਲ ਭੋਰ ਕਰਕੇ ਔਰ ਕੁਝ ਅਤਰ ਜਿਹੜਾ ਉਹਦਾ ਛਿਟਕਾਅ ਹੋਇਆ ਹੈ ਤੇ ਕਈ ਤਰ੍ਹਾਂ ਦੇ ਨਾਲ ਉਹ ਜਿਹੜੀ ਜਗ੍ਹਾ ਹੈ ਜਿੱਥੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੀਰ ਰੱਖਿਆ ਹੋਇਆ ਹੈ, ਸੋਹਣੀ ਸਾਫ਼ ਜਗ੍ਹਾ ਬਣਾ ਕਰਕੇ ਔਰ ਇਸੇ ਤਰ੍ਹਾਂ ਉਹਨੂੰ ਸੁਗੰਧਿਤ ਕੀਤਾ ਗਿਆ ਹੈ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਜ਼ੂਰੀ ਰਬਾਬੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਰਾਗਾਂ ਦੇ ਵਿੱਚ ਕਰਨ ਵਾਲੇ ਬੜੇ ਭਾਵਨਾ ਦੇ ਨਾਲ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕਰਕੇ ਉੱਚੀ ਆਵਾਜ਼ ਦੇ ਵਿੱਚ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਗਾ ਰਹੇ ਹਨ। ਔਰ ਅੰਮ੍ਰਿਤ ਬਾਣੀ ਦੇ ਵਿੱਚ ਮਾਰੂ ਔਰ ਵਡਹੰਸ ਜਿਹੜੇ ਬੈਰਾਗਮਈ ਰਾਗ ਹਨ, ਸ਼ਾਂਤਮਈ ਜਿਹੜੇ ਰਾਗ ਹਨ, ਜਿਨ੍ਹਾਂ ਦਾ ਸੰਬੰਧ ਮਨੁੱਖ ਦੀ ਹਕੀਕਤ ਦੇ ਨਾਲ ਹੈ, ਮਨੁੱਖ ਦੇ ਜਨਮ ਦੇ ਨਾਲ ਹੈ, ਮਨੁੱਖ ਦੇ ਜਨਮ ਦੀ ਸਫਲਤਾ ਦੇ ਨਾਲ ਹੈ। ਔਰ ਜਿਹੜੇ ਸ਼ਬਦ ਸੰਸਾਰ ਦੀ ਨਾਸ਼ਮਾਨਤਾ ਨੂੰ ਬਿਆਨ ਕਰਦੇ ਹਨ, ਮਨੁੱਖ ਨੇ ਸਫਲ ਕਿਵੇਂ ਹੋਣਾ ਹੈ ਜ਼ਿੰਦਗੀ ਦੇ ਵਿੱਚ, ਪਰਮਾਤਮਾ ਦੇ ਵਿੱਚ ਜੁੜਨਾ ਕਿਵੇਂ ਹੈ, ਐਸੇ ਜਿਹੜੇ ਸ਼ਬਦ ਸਨ ਅੰਮ੍ਰਿਤ ਗੁਰਬਾਣੀ ਦੇ ਵਿੱਚੋਂ, ਰਾਗ ਮਾਰੂ ਦੇ ਵਿੱਚੋਂ ਔਰ ਵਡਹੰਸ ਦੇ ਵਿੱਚੋਂ ਬੜੀ ਨਿਮਰਤਾ ਦੇ ਨਾਲ, ਸਹਿਜ ਦੇ ਨਾਲ ਗੁਰੂ ਕੇ ਰਬਾਬੀ ਸਿੰਘ ਗਾ ਰਹੇ ਹਨ। ਔਰ ਦੋਨੋਂ ਹੀ ਗੁਰੂ ਕੇ ਮਹਿਲ ਮਾਤਾ ਮਰਵਾਹੀ ਜੀ ਔਰ ਮਾਤਾ ਨਾਨਕੀ ਜੀ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਤੀ ਪਰਮੇਸ਼ਰ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਪਹੁੰਚੇ ਹਨ। ਸੰਗ ਨਗਰ ਨਾਰੀ ਸਮੁਦਾਈ ਔਰ ਨਾਲ ਹੋਰ ਵੀ ਸੰਗ ਨਗਰ ਨਾਰੀ ਸਮੁਦਾਈ, ਹੋਰ ਵੀ ਮਾਤਾਵਾਂ, ਕੁਛ ਭੈਣਾਂ, ਕੁਛ ਬੀਬੀਆਂ ਨਾਲ ਹੋਰ ਆਈਆਂ ਹਨ। ਸਤਿਗੁਰ ਕੇ ਗੁਣ ਵਰਣਨ ਕਰਤੀ ਔਰ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਬਚਨ ਸਤਿਗੁਰ ਕੇ ਗੁਣ ਵਰਣਨ ਕਰਤੀ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੀਤੇ ਹੋਏ ਕੌਤਕ
ਕੀਤੇ ਹੋਏ ਪਰਉਪਕਾਰ, ਉਹਨਾਂ ਦੇ ਜੀਵਨ ਦੇ ਅਨੇਕਾਂ ਗੁਣ ਜਿਹੜੇ ਸਨ, ਜਿਵੇਂ ਜਿਵੇਂ ਉਹਨਾਂ ਨੇ ਜਗਤ ਜਲੰਦੇ ਨੂੰ ਤਾਰਿਆ, ਭਲਾ ਕੀਤਾ, ਅਨੇਕਾਂ ਜੀਵਾਂ ਦਾ ਉਧਾਰ ਕੀਤਾ ਅਤੇ ਬਖਸ਼ਾਂ ਕੀਤੀਆਂ, ਉਹਨਾਂ ਦੇ ਜੀਵਨ ਦੇ ਜਿਹੜੇ ਬੇਅੰਤ ਗੁਣ ਹਨ, ਸਾਰੇ ਸਤਿਗੁਰਾਂ ਦੇ ਗੁਣਾਂ ਨੂੰ ਯਾਦ ਕਰ ਰਹੇ ਹਨ। ਵਿਲੋਚਨ ਤੇ ਬਹੁ ਢਲਤੀ। ਔਰ ਕਹਿਣ ਲੱਗੇ ਕਿ ਹੁਣ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦੇ ਦੀਦਾਰ ਕੀਤਿਆਂ, ਉਹਨਾਂ ਦੇ ਸਰੀਰ ਦੇ ਕੋਲ ਜਦੋਂ ਸੰਗਤ ਦਾ ਸੀਗਾ, ਜਦੋਂ ਅਸੀਂ ਸਰੀਰ ਛੱਡਣਾ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ। ਜਿਹਨੂੰ ਵੀ ਸਰੀਰ ਮਿਲਿਆ ਹੈ, ਸਰੀਰ ਦਾ ਅੰਤ ਹੋਣਾ ਹੀ ਹੈ। ਹਰੇਕ ਨੇ ਸਰੀਰ ਛੱਡ ਕੇ ਜਾਣਾ ਹੈ। ਇਹ ਕੋਈ ਅਣਹੋਣੀ ਗੱਲ ਨਹੀਂ ਹੈ। ਚਿੰਤਾ ਤਾਂ ਉਹਦੀ ਗੱਲ ਦੀ ਕਰਨੀ ਚਾਹੀਦੀ ਜਿਹੜੀ ਨਵੀਂ ਵਾਪਰੇ, ਜਿਹੜੀ ਪਹਿਲਾਂ ਨਾ ਹੋਈ ਹੋਵੇ। ਅਤੇ ਇਹ ਤਾਂ ਸਾਰੇ ਸੰਸਾਰ ਦੇ ਨਾਲ ਵਾਪਰਦਾ ਹੈ। ਜਗਤ ਗੁਰੂ ਤੇਗ ਬਹਾਦਰ ਜੀ ਦੇ ਵਚਨ ਸਨ। ਦੇਖੋ, ਆਪਾਂ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਬਹੁਤ ਸਤਿਗੁਰਾਂ ਨੇ ਵੀ ਅੰਮ੍ਰਿਤ ਗੁਰਬਾਣੀ ਦੇ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਕਿ ਭਾਈ ਕੋਈ ਵੀ ਸੰਸਾਰ ਦੇ ਵਿੱਚ ਅਵਤਾਰ ਆਇਆ ਹੈ, ਪੀਰ ਫਕੀਰ, ਰਾਮ ਗਇਓ, ਰਾਵਣ ਗਇਓ, ਰਾਮ ਵਰਗੇ ਵੀ ਗਏ, ਅਤੇ ਰਾਵਣ ਵਰਗਿਆਂ ਨੂੰ ਵੀ ਜਿਹੜੇ ਕਹਿੰਦੇ ਸਨ ਨਾ, ਮੌਤ ਪਾਵੇ ਦੇ ਨਾਲ, ਕਾਲ ਨੂੰ ਪਾਵੇ ਦੇ ਨਾਲ ਬੰਨ੍ਹਿਆ ਹੋਇਆ ਹੈ, ਉਹਨਾਂ ਨੂੰ ਵੀ ਆਖਰਕਾਰ ਸੰਸਾਰ ਤੋਂ ਜਾਣਾ ਪਿਆ। ਰਹਿਣ ਨਾ ਪਾਵਹਿ ਸੁਰ ਨਰ ਦੇਵਾ, ਊਠ ਸਿਧਾਰੀ ਕਰ ਮੁਨ ਜਨ ਸੇਵਾ। ਸਾਰਿਆਂ ਨੂੰ ਜਾਣਾ ਪਿਆ ਹੈ। ਛੇਵੇਂ ਪਾਤਸ਼ਾਹ ਜੀ ਵੀ ਬਚਨ ਕਰਕੇ ਗਏ ਸਨ ਕਿ ਭਾਈ ਇਹ ਕੋਈ ਨਵੀਂ ਗੱਲ ਨਹੀਂ ਹੈ, ਸੰਸਾਰ ਹਰੇਕ ਨੂੰ ਛੱਡਣਾ ਪੈਣਾ ਹੈ। ਪਰ ਜਦੋਂ ਕੋਈ ਪਰਮਾਤਮਾ ਦੇ ਵਿੱਚ ਅਭੇਦ ਹੁੰਦਾ ਹੈ, ਬੰਦਗੀ ਕਰਕੇ ਜੀਵਨ ਸਵਾਰ ਕੇ ਜਾਂਦਾ ਹੈ, ਅਤੇ ਫਿਰ ਪਿੱਠ ਸਿਆਪਾ, ਰੋਣਾ ਧੋਣਾ ਨਹੀਂ ਕਰਨਾ। ਰੋਈ ਧੋਈ ਦਾ ਤਾਂ ਉਹਨੂੰ ਹੈ ਜਿਹੜਾ ਜੀਵਨ ਦੀ ਬਾਜੀ ਹਾਰ ਕੇ ਚਲਿਆ ਜਾਏ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਸੰਗਤ ਭਾਵੇਂ ਪਹਿਲਾਂ ਸ਼ਾਂਤ ਹੈ, ਪਰ ਜਿਉਂ ਹੀ ਸਤਿਗੁਰਾਂ ਦੇ ਸਰੀਰ ਦੇ ਦੀਦਾਰ ਕਰਦੇ ਹਨ, ਨੇਤਰਾਂ ਦੇ ਵਿੱਚੋਂ ਇੱਕਦਮ ਪਾਣੀ ਵਹਿ ਤੁਰਦਾ ਹੈ। ਬੜਾ ਆਪਣੇ ਮਨ ਨੂੰ ਰੋਕਣ ਦਾ ਯਤਨ ਕਰਦੇ ਹਨ, ਪਰ ਗਰੀਬ ਨਿਵਾਜ ਦੇ ਪਰਉਪਕਾਰ, ਸਤਿਗੁਰਾਂ ਦੇ ਗੁਣ ਇਤਨੇ ਹਨ, ਔਰ ਸੰਗਤ ਨਾਲ ਸਨੇਹ ਐਸਾ ਹੈ, ਪਿਆਰ ਐਸਾ ਹੈ, ਹਰੇਕ ਦੇ ਨੇਤਰਾਂ ਦੇ ਵਿੱਚੋਂ ਬੈਰਾਗ ਦੇ ਨਾਲ ਜਲ ਵਹਿ ਰਿਹਾ ਹੈ। ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਸੁਸ਼ੋਭਿਤ ਹੈ, ਆਈ ਹੈ, ਖੜੀ ਹੈ। ਕੁਝ ਗੁਰਮੁਖ ਪਿਆਰੇ ਬੈਠੇ ਹੋਏ ਹਨ। ਅਖੀਰ ਵੇਲਾ ਸਮਾਂ ਹੈ ਤੇ ਭਾਰੀ ਸੰਗਤ ਆਸ-ਪਾਸ ਤੋਂ ਪਹੁੰਚੀ ਹੈ। ਇੱਕ ਦਿਸ਼ ਅਖਿਲ ਬਾਣੇ ਤੇਰੀ। ਔਰ ਇੱਕ ਪਾਸੇ ਜਿੱਥੇ ਗੁਰੂ ਘਰ ਦੇ ਸੇਵਕ, ਸ਼ਰਧਾਲੂ, ਸਿੱਖ, ਪ੍ਰਚਾਰਕ ਸਾਹਿਬਾਨ ਥਾਪੇ ਹੋਏ ਸਨ, ਦੂਸਰੇ ਪਾਸੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਾਜੀ ਨਿਵਾਜੀ ਔਰ ਬੜੀ ਮਿਹਨਤ ਦੇ ਨਾਲ ਤਿਆਰ ਕੀਤੀ ਹੋਈ ਬੜੀ ਬੜੀ ਸੈਨਾ ਖੜੀ ਹੈ। ਉਹ ਸੈਨਾ ਜਿਹਨੇ 4 ਵਾਰੀ ਬਾਦਸ਼ਾਹ ਦੀ ਫੌਜ ਨੂੰ ਹਰਾਇਆ ਹੈ। ਮਹਾਨ ਸੂਰਮੇ ਫੌਜ ਛੇਵੇਂ ਪਾਤਸ਼ਾਹ ਜੀ ਦੀ ਤਿਆਰ ਕੀਤੀ ਹੋਈ ਇੱਕ ਪਾਸੇ ਖੜੀ ਹੈ। ਜੈ ਜੈਕਾਰ ਹੋਤ ਚੌਫੇਰੇ। ਔਰ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕੀਰਤੀ ਵਡਿਆਈ ਦੀ ਜੈ ਜੈਕਾਰ ਸਾਰੇ ਕਰ ਰਹੇ ਹਨ। 4 ਚੁਫੇਰੇ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਉਸਤਤ ਹੋ ਰਹੀ ਹੈ। ਗੁਰੂ ਸੁਖ ਦੇਤ ਵਡੇਰੇ। ਇਹ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਓ, ਤੁਸੀਂ ਧੰਨ ਹੋ। ਤੁਹਾਡੇ ਚਰਨਾਂ ਦੇ ਵਿੱਚ ਸੰਗਤਾਂ ਨੇ ਹਰ ਤਰ੍ਹਾਂ ਦੀ ਸੁੱਖ ਪ੍ਰਾਪਤ ਕੀਤੇ। ਜੈਸੀ ਕਿਸੇ ਦੀ ਭਾਵਨਾ ਸੀ, ਜੈਸੀ ਕਿਸੇ ਦੀ ਇੱਛਾ ਸੀਗੀ, ਹੇ ਪਾਤਸ਼ਾਹ ਤੁਸਾਂ ਨੇ ਉਹੀ ਜਿਹੜੀ ਇੱਛਾ ਹੈ ਹਰੇਕ ਦੀ ਪੂਰੀ ਕੀਤੀ। ਜੇ ਕਿਸੇ ਨੇ ਪਦਾਰਥ ਮੰਗਿਆ ਸੰਸਾਰ ਦਾ, ਉਹਨੂੰ ਉਹ ਮਿਲਿਆ। ਜੇ ਬੀਬੀ ਸੁਲੱਖਣੀ ਜੀ ਵਰਗੀ ਪੁੱਤਰ ਦੀ ਦਾਤ ਮੰਗਦੀ ਹੈ ਅਤੇ ਸਤਿਗੁਰੂ ਜੀ ਉਹਨਾਂ ਨੂੰ ਵੀ ਤੁਸੀਂ ਨਿਰਾਸ਼ ਨਹੀਂ ਹੋਣ ਦਿੱਤਾ। ਜੇ ਗਰੀਬ ਘਾਈ ਇੱਕ ਮੁਕਤੀ ਦੀ ਦਾਤ ਮੰਗਦਾ ਹੈ, ਇੱਕ ਪੰਡ ਘਾਹ ਦੀ ਰੱਖ ਕੇ, ਅਤੇ ਤੁਸੀਂ ਉਹਦੇ 'ਤੇ ਪਰਉਪਕਾਰੀ ਹੋ ਜਾਂਦੇ ਹੋ। ਜੇ 52 ਰਾਜੇ ਬੇਨਤੀ ਕਰਦੇ ਹਨ, ਪਾਤਸ਼ਾਹ ਜੀ ਸਾਡੇ 'ਤੇ ਵੀ ਪਰਉਪਕਾਰ ਕਰੋ, ਅਤੇ ਤੁਸੀਂ ਇਹ ਗੱਲ ਆਖਦੇ ਹੋ ਕਿ ਮੈਂ ਬਾਅਦ ਵਿੱਚ ਕਿਲੇ ਤੋਂ ਬਾਅਦ ਵਿੱਚ ਪੈਰ ਰੱਖਾਂਗਾ, ਪਹਿਲਾਂ ਇਹਨਾਂ ਦੇ ਵੀ ਐਲਾਨ ਕੀਤਾ ਜਾਏ।
ਉਹਨਾਂ ਚਿਰ ਅਸੀਂ ਵੀ ਇੱਥੇ ਰਹਾਂਗੇ। ਗਰੀਬ ਨਿਵਾਜ ਪਾਤਸ਼ਾਹ ਜੀ, ਤੁਹਾਡਾ ਸੁਭਾਅ ਇਤਨਾ ਦਿਆਲੂ ਹੈ, ਕਿਰਪਾਲੂ ਹੈ। ਤੁਸਾਂ ਹਰੇਕ ਦੇ ਉੱਪਰ ਦਇਆ ਕੀਤੀ ਹੈ, ਭਾਰੀ ਉਪਕਾਰ ਕੀਤਾ ਹੈ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਭਾਰੀ ਉਪਕਾਰੀ। ਗਰੀਬ ਨਿਵਾਜ, ਤੁਸੀਂ ਯੋਧੇ ਮਹਾਨ ਔਰ ਬਹੁਤ ਵੱਡੇ ਭਾਰੀ ਉਪਕਾਰੀ ਹੋ। ਇਸ ਕਰਕੇ ਸੰਗਤਾਂ ਦੇ ਮਨ ਦੇ ਵਿੱਚ ਭਾਰੀ ਗਰੀਬ ਨਿਵਾਜ ਸਤਿਗੁਰਾਂ ਦੇ ਵਾਸਤੇ ਪ੍ਰੇਮ ਹੈ। ਔਰ ਅੱਜ ਪਾਤਸ਼ਾਹ ਜੀ ਦਾ ਸਰੀਰ ਦੇਖ ਕੇ ਨੇਤਰਾਂ ਦੇ ਵਿੱਚੋਂ ਪਾਣੀ ਆਪਣੇ ਆਪ ਵਹਿ ਰਿਹਾ ਹੈ। ਦੇਖੋ, ਇੱਕ ਹੈ ਜਿਹੜੇ ਵੱਖ-ਵੱਖ ਧਰਮਾਂ ਦੇ ਵਿੱਚ ਜਾਂ ਵੱਖ-ਵੱਖ ਲੋਕ ਜਿਹੜੇ ਸਨ, ਉਹ ਸਾਰੇ ਰਲ ਕੇ ਨੈਣਾਂ ਨੂੰ ਸੱਦਿਆ ਜਾਂਦਾ ਸੀਗਾ। ਅਤੇ ਕੁਛ ਬੀਬੀਆਂ ਦਾ ਕੰਮ ਹੀ ਇਹ ਹੁੰਦਾ ਸੀਗਾ, ਜਦੋਂ ਕੋਈ ਸਰੀਰ ਚੜ੍ਹਾਈ ਕਰਦਾ ਸੀਗਾ ਅਤੇ ਕਈ ਮਹੀਨੇ ਉਹ ਵੈਣ ਪਾਉਂਦੀਆਂ ਸਨ, ਪਿੱਟ ਸਿਆਪਾ ਕਰਦੀਆਂ ਸਨ, ਵਾਲ ਖੋਹਦੀਆਂ ਸਨ, ਕਈ ਤਰੀਕੇ ਦੇ ਐਸੇ ਕਰਮ ਕੀਤੇ ਜਾਂਦੇ ਸਨ। ਹੁਣ ਸੁਭਾਵਿਕ ਹੀ ਆ, ਜਦੋਂ ਕਿਸੇ ਨਾਲ ਸਨੇਹ ਹੋਵੇ ਤੇ ਨੇਤਰ ਆਪਣੇ ਆਪ ਹੀ ਵਹਿ ਤੁਰਦੇ ਹਨ। ਪਰ ਇੱਕ ਜਿਹੜਾ ਇਹ ਉਸ ਵੇਲੇ ਦਾ ਰਿਵਾਜ ਬਣ ਗਿਆ ਸੀ, ਇਕੱਠੇ ਹੋ ਕੇ ਸਾਰਿਆਂ ਨੇ ਪਹਿਲਾਂ ਉਹ ਨੈਣਾ ਆ ਕਰਕੇ, ਜਿਨ੍ਹਾਂ ਨੂੰ ਦਿਹਾੜੀ 'ਤੇ ਸੱਦਿਆ ਜਾਂਦਾ ਸੀ, ਪੈਸੇ ਦੇ ਕਰਕੇ ਉਹ ਆਉਂਦੀਆਂ ਸਨ। ਪਹਿਲਾਂ ਤਾਂ ਉਹਨਾਂ ਨੇ ਉਹਦੇ ਗੁਣ ਪੁੱਛਣੇ, ਕੈਸਾ ਜੀਵਨ ਹੈ, ਫਿਰ ਉਹਦੀਆਂ ਧਾਰਨਾ ਜੀਆਂ ਬਣਾ ਕਰਕੇ ਅੱਗੇ ਅੱਗੇ ਗਾਉਣੀਆਂ, ਅਤੇ ਬਾਕੀ ਸਾਰੀਆਂ ਬੀਬੀਆਂ ਨੇ ਪਿੱਛੇ ਪਿੱਛੇ ਵੈਣ ਪਾਉਣੇ। ਉਸੇ ਤਰ੍ਹਾਂ ਉਹਨਾਂ ਨੂੰ ਫਿਰ ਸਾਰਿਆਂ ਨੇ ਰਲ ਰਲ ਕੇ ਗਾਉਣਾ। ਫਿਰ ਇੱਕਦਮ ਸਾਰਿਆਂ ਨੇ ਆਪਣੇ ਸਰੀਰ 'ਤੇ ਪਿੱਟ ਸਿਆਪਾ ਕਰਨਾ, ਅਤੇ ਇਸ ਤਰ੍ਹਾਂ ਆਪਣੇ ਵਾਲ ਖੋਹਣੇ, ਵਾਲ ਖਿਲਾਰਨੇ, ਕਈ ਕੁਛ ਕਰਨਾ। ਔਰ ਇਹ ਜਿਹੜਾ ਕੰਮ ਸੀਗਾ ਕਈ ਮਹੀਨੇ ਚੱਲਦਾ ਰਹਿੰਦਾ ਸੀਗਾ। ਗਰੀਬ ਨਿਵਾਜ ਸਤਿਗੁਰਾਂ ਨੇ ਵਚਨ ਕੀਤਾ, ਕਹਿਣ ਲੱਗੇ ਕਿ ਭਾਈ ਇਹ ਜਿਹੜਾ ਕੰਮ ਹੈ ਨਾ, ਇਸ ਤਰ੍ਹਾਂ ਕਰਨਾ ਇਹ ਗੁਰਮਤਿ ਦੇ ਅਨੁਸਾਰ ਠੀਕ ਨਹੀਂ ਹੈ, ਅਤੇ ਕੋਈ ਵੀ ਜਿਹੜਾ ਸਿੱਖ ਹੈ ਉਹ ਇਸ ਤਰ੍ਹਾਂ ਨਹੀਂ ਕਰੇਗਾ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸਾਰੀ ਸੰਗਤ ਨੂੰ ਰੋਕਿਆ ਹੈ, ਪਰ ਅਖੀਰਲਾ ਸਮਾਂ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਦਾ ਤਨ ਕਰਕੇ ਜਿਹੜਾ ਵਿਛੋੜਾ ਹੈ, ਸਿੱਖਾਂ ਤੋਂ ਸੰਗਤਾਂ ਤੋਂ ਸਹਿ ਨਹੀਂ ਹੋ ਰਿਹਾ, ਅਤੇ ਨੇਤਰਾਂ ਦੇ ਵਿੱਚੋਂ ਲਗਾਤਾਰ ਪਾਣੀ ਵਹਿੰਦਾ ਹੈ। ਔਰ ਕੋਈ ਆਖਦਾ ਹੈ ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੇ ਉੱਪਰ ਆਹ ਭਾਰੀ ਉਪਕਾਰ ਕੀਤਾ। ਕੋਈ ਆਖਦਾ ਸਤਿਗੁਰਾਂ ਨੇ ਮੇਰੇ 'ਤੇ ਆਹ ਦਇਆ ਕੀਤੀ, ਮੈਨੂੰ ਆਹ ਇਨਾਮ ਬਖਸ਼ਿਆ। ਕੋਈ ਯੋਧਾ ਆਖਦਾ ਸਤਿਗੁਰਾਂ ਨੇ ਆਹ ਮੇਰੇ 'ਤੇ ਬਖਸ਼ਿਸ਼ ਕੀਤੀ। ਜਿਹੜਾ ਕੋਈ ਜੈਸੀ ਭਾਵਨਾ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲੈ ਕੇ ਗਿਆ ਹੈ ਨਾ, ਗੁਰੂ ਕੇ ਚਰਨਾਂ ਦੇ ਵਿੱਚੋਂ ਕਦੇ ਕੋਈ ਨਿਰਾਸ਼ ਨਹੀਂ ਪਰਤਿਆ। ਔਰ ਅੱਜ ਸਾਰੇ ਇੱਕ ਦੂਜੇ ਦੇ ਕੋਲ ਖੜ ਕੇ ਦੱਸ ਰਹੇ ਹਨ, ਮੇਰੇ 'ਤੇ ਪਾਤਸ਼ਾਹ ਜੀ ਦਇਆਵਾਨ ਹੋਏ, ਕਿਰਪਾਲੂ ਹੋਏ, ਆਹ ਭਾਰੀ ਉਪਕਾਰ ਕੀਤਾ। ਕੋਈ ਕਹਿੰਦਾ ਮੇਰੇ 'ਤੇ ਆਹ ਭਾਰੀ ਉਪਕਾਰ ਕੀਤਾ। ਇਸ ਤਰ੍ਹਾਂ ਇਕੱਠੇ ਹੋ ਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਣ, ਉਹਨਾਂ ਦੇ ਭਾਰੀ ਉਪਕਾਰਾਂ ਨੂੰ ਯਾਦ ਕਰ ਰਹੇ ਹਨ। ਔਰ ਜਿਨ੍ਹਾਂ ਬਚਨਾਂ ਦੇ ਵਿੱਚ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਭਾਰੀ ਗੁਣ ਹਨ। ਔਰ ਇੱਕ ਪਿਆਰੇ ਉਹ ਹਨ ਜਿਹੜੇ ਸੁਣਦੇ ਹਨ, ਅਤੇ ਕੁਝ ਪਿਆਰੇ ਕਦੇ ਕੋਈ ਬਿਆਨ ਕਰਦਾ ਹੈ ਗੱਲ, ਅਤੇ ਕਦੇ ਕੋਈ ਆਪਣਾ ਬਚਨ ਸਾਂਝਾ ਕਰਦਾ ਹੈ। ਇਸ ਤਰ੍ਹਾਂ ਵਾਰੋ ਵਾਰੀ ਇੱਕ ਸੁਣ ਕਰੇ ਸਰਾਹਨ ਤਬੈ, ਇੱਕ ਸੁਣਦਾ ਹੈ, ਇੱਕ ਸਿਫਤ ਸਲਾਹ ਲਗਾਤਾਰ ਪਾਤਸ਼ਾਹ ਜੀ ਦੀ ਕਰ ਰਿਹਾ ਹੈ। ਇਸ ਤਰ੍ਹਾਂ ਗਰੀਬ ਨਿਵਾਜ ਸਤਿਗੁਰਾਂ ਦੀ ਵਡਿਆਈ ਸਾਰੇ ਪਾਸੇ ਸਾਰੀ ਸੰਗਤ ਵਿੱਚ ਹੋ ਰਹੀ ਹੈ। ਔਰ ਅਨੇਕਾਂ ਤਰ੍ਹਾਂ ਦੇ ਬੈਰਾਗਮਈ ਧੁਨ ਦੇ ਵਿੱਚ ਜਿਹੜੇ ਸਾਜ਼ ਉਹ ਵੱਜ ਰਹੇ ਹਨ। ਔਰ ਸਾਰੇ ਯੋਧੇ ਰਲ ਕੇ, ਜਿੱਥੇ ਕਈ ਵਾਰ ਪਾਤਸ਼ਾਹ ਜੀ ਚੱਲਦੇ ਸਨ, ਅਤੇ ਜੋਸ਼ ਦੇ ਨਾਲ ਨਗਾਰਿਆਂ ਦੀ ਉੱਚੀ ਆਵਾਜ਼ ਪੈਦਾ ਹੁੰਦੀ ਹੈ, ਉੱਚੀ ਧੁਨ ਛਿੜੀ ਜਾਂਦੀ ਹੈ। ਔਰ ਅੱਜ ਬੜੀ ਮੱਧਮ ਅਤੇ ਸ਼ਾਂਤ ਜਿਹੜੀ ਧੁਨ ਹੈ ਉਹ ਵਾਜੇ ਵਜਾ ਰਹੇ ਹਨ, ਸਾਜ਼ ਵੱਜ ਰਹੇ ਹਨ। ਔਰ ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੀਰ ਇਸ਼ਨਾਨ ਕਰਵਾਇਆ ਹੈ। ਔਰ ਅੰਤਮ ਕਿਰਿਆ ਵਾਸਤੇ ਸਰੀਰ ਜਿਹੜਾ ਹੈ ਅਗਨ ਭੇਟ ਕਰਨ ਵਾਸਤੇ ਤਿਆਰ ਹੈ। ਔਰ ਬੇਅੰਤ ਐਸੇ ਗੁਰੂ ਕੇ ਪਿਆਰੇ ਸ਼ਰਧਾ ਦੇ ਨਾਲ ਆ ਕਰਕੇ ਸਤਿਗੁਰਾਂ ਦੇ ਸਰੀਰ ਦੇ ਉੱਪਰ ਫੁੱਲਾਂ ਦੀ ਵਰਖਾ ਕਰਦੇ ਹਨ।
ਔਰ ਨੇੜੇ ਆ ਕਰਕੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਸੀਸ ਰੱਖਦੇ ਹਨ, ਬਹੁਤ ਅਦਬ ਕਰ ਰਹੇ ਹਨ। ਵੀਰ ਭੂਰ ਹੋਈ ਤੇ ਸਮੈ ਔਰ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੈ। ਜਦੋਂ ਇਹ ਦਿਨ ਚੜ੍ਹਿਆ ਸਤਵਾਂ, ਹੋਰ ਵੀ ਨਗਰਾਂ ਦੀ ਸੰਗਤ ਜਿਹੜੀ ਪਰਤ ਗਈ ਸੀਗੀ ਉਹ ਵੀ ਵਾਪਸ ਆ ਗਈ। ਔਰ ਜਿਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਸਤਿਗੁਰਾਂ ਦਾ ਸਰੀਰ ਜਿਹੜਾ ਹੈ ਉਹਦੀ ਅੰਤਮ ਕਿਰਿਆ ਕੀਤੀ ਜਾਣੀ ਹੈ, ਇਸ ਕਰਕੇ ਵੱਡੀ ਗਿਣਤੀ ਦੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚੀ ਹੈ। ਦੂਰ ਕੋ ਤੈਂਤੇ ਨ ਮੈਂ ਔਰ ਕਈ ਗੁਰੂ ਕੇ ਪਿਆਰੇ ਦੂਰ ਤੋਂ ਹੀ, ਜਿਨ੍ਹਾਂ ਦੇ ਕੋਲੋਂ ਨੇੜੇ ਨਹੀਂ ਪਹੁੰਚਿਆ ਜਾ ਰਿਹਾ, ਵੱਡੀ ਸੰਗਤ ਦਾ ਇਕੱਠ ਹੈ, ਉਹ ਦੂਰ ਤੋਂ ਹੀ ਸਤਿਗੁਰਾਂ ਦੇ ਸਰੀਰ ਨੂੰ ਨਮਸਕਾਰਾਂ ਕਰ ਰਹੇ ਹਨ। ਸੂਰਜ ਮਲ ਸ੍ਰੀ ਤੇਗ ਬਹਾਦਰ ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੇ ਕੋਲ ਬਾਬਾ ਸੂਰਜਮਲ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ, ਔਰ ਇਸੇ ਤਰ੍ਹਾਂ ਬਾਬਾ ਤੇਗ ਬਹਾਦਰ ਜੀ, ਇਹ ਦੋ ਗੁਰੂ ਕੇ ਸੁਪੁੱਤਰ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹਨ। ਰਾਏ ਜੋਧ ਹਰ ਭਾਨਾ ਸਾਦਰ ਔਰ ਰਾਏ ਜੋਧ ਸ਼ਾਹ ਸਤਿਗੁਰਾਂ ਦਾ ਮਹਾਨ ਸੈਨਾਪਤੀ ਯੋਧਾ, ਔਰ ਭਾਈ ਭਾਨਾ ਜੀ, ਭਾਈ ਭਾਨਾ ਸਾਹਿਬ ਜੀ, ਇਹ ਵੀ ਗੁਰੂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹਨ। ਤੇ ਆਦਿਕ ਪ੍ਰਿੰਦਮ ਸੰਦ ਔਰ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਸੰਦ ਗੁਰੂ ਘਰ ਦੇ ਜਥੇਦਾਰ, ਸਤਿਕਾਰਯੋਗ ਸਿੱਖ, ਬੇਅੰਤ ਮੁਖੀ ਸਿੱਖ ਸਤਿਗੁਰਾਂ ਦੇ ਸਰੀਰ ਦੇ ਕੋਲ ਹਾਜ਼ਰ ਹਨ। ਲਿਓ ਉਠਾਏ ਵਿਮਾਨ ਬਿਲੰਦ ਔਰ ਇੱਕ ਪਾਲਕੀ ਸਾਹਿਬ, ਜਿਹਨੂੰ ਬਹੁਤ ਸੁੰਦਰ ਢੰਗ ਦੇ ਨਾਲ ਸਜਾਇਆ ਗਿਆ ਹੈ, ਔਰ ਕਹਿਣ ਲੱਗੇ ਕਿ ਉਸ ਵਿੱਚ ਛੇਵੇਂ ਪਾਤਸ਼ਾਹ ਜੀ ਦਾ ਸਰੀਰ ਸੁਸ਼ੋਭਿਤ ਕਰਕੇ ਗੁਰੂ ਕੇ ਪਿਆਰਿਆਂ ਨੇ ਲਿਓ ਉਠਾਏ ਵਿਮਾਨ ਮਿਲੰਦ, ਉਹ ਜਿਹੜਾ ਵਿਮਾਨ ਹੈ ਉਹ ਪਾਲਕੀ ਸਾਹਿਬ ਨੂੰ ਉਠਾਇਆ ਹੈ। ਕਾਨ ਕਾਨ ਕੰਚਨ ਪੁਸ਼ਪ ਬਨਾਏ ਔਰ ਅਨੇਕਾਂ ਤਰ੍ਹਾਂ ਦੇ ਸਰੀਰ ਦੇ ਉੱਪਰ ਸੋਹਣੀ ਜਿਹੜੀ ਗੁਰੂ ਕੇ ਸਿੱਖਾਂ ਨੇ ਸੋਹਣੇ ਢੰਗ ਦੇ ਨਾਲ ਸਜਾਵਟ ਕੀਤੀ ਹੈ। ਬਹੁ ਕਰ ਗੇਰਤ ਸੁੰਦਰ ਕਾਏ ਔਰ ਬੇਅੰਤ ਸੰਗਤ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਣ ਗਾਉਂਦੀ ਹੋਈ ਜਾ ਰਹੀ ਹੈ। ਸਤਿਗੁਰਾਂ ਦਾ ਸਰੀਰ ਇੱਕ ਪਾਲਕੀ ਦੇ ਵਿੱਚ ਸ਼ੋਭਤ ਹੈ। ਅੱਗੇ ਅੱਗੇ ਮੱਧਮ ਆਵਾਜ਼ ਦੇ ਵਿੱਚ ਬੈਰਾਗਮਈ ਧੁਨ ਦੇ ਵਿੱਚ ਵਾਜੇ ਵੱਜ ਰਹੇ ਹਨ, ਔਰ ਹੌਲੀ ਹੌਲੀ ਨਗਾਰੇ ਤੇ ਚੋਟ ਵੱਜ ਰਹੀ ਹੈ, ਔਰ ਕੁਝ ਸੰਗਤਾਂ ਬੜੇ ਪਿਆਰ ਦੇ ਨਾਲ ਫੁੱਲਾਂ ਦੀ ਵਰਖਾ ਕਰ ਰਹੀਆਂ ਹਨ। ਸ੍ਰੀ ਹਰਿ ਰਾਏ ਚਮਰ ਗਏ ਹਾਥ ਔਰ ਜਿਨ੍ਹਾਂ ਨੂੰ ਛੇਵੇਂ ਪਾਤਸ਼ਾਹ ਜੀ ਨੇ ਅਗਲੇ ਗੁਰੂ ਥਾਪਿਆ ਹੈ, ਗੁਰਤਾ ਗੱਦੀ ਬਖਸ਼ੀ ਹੈ, ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਿ ਸਾਹਿਬ ਜੀ, ਇਹਨਾਂ ਨੇ ਹੱਥ ਦੇ ਵਿੱਚ ਚੌਰ ਸਾਹਿਬ ਪਕੜਿਆ ਹੋਇਆ ਹੈ, ਔਰ ਸਤਿਗੁਰਾਂ ਦੇ ਸਰੀਰ ਦੇ ਨਾਲ ਨਾਲ ਚੱਲ ਰਹੇ ਹਨ। ਔਰ ਬਾਂਹ ਉਤਾਂ ਨੂੰ ਕਰਕੇ ਉੱਚੇ ਹੋ ਕਰਕੇ ਸਤਿਗੁਰਾਂ ਦੇ ਉੱਪਰ ਚੌਰ ਚਲਾ ਰਹੇ ਹਨ। ਔਰ ਅੱਗੇ ਅੱਗੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਬਾਬੀ ਹਜ਼ੂਰੀ ਕੀਰਤਨੀਏ ਬੜੇ ਪਿਆਰ ਦੇ ਨਾਲ ਆਨੰਦਮਈ, ਬੈਰਾਗਮਈ, ਸ਼ਾਂਤਮਈ ਜਿਹੜੇ ਸ਼ਬਦ ਹਨ ਉਹਨਾਂ ਨੂੰ ਗਾਉਂਦੇ ਹੋਏ ਜਾ ਰਹੇ ਹਨ। ਔਰ ਬੇਅੰਤ ਸੰਗਤਾਂ ਉਹਨਾਂ ਦਾ ਸਤਿਕਾਰ ਵੀ ਕਰ ਰਹੀਆਂ ਹਨ, ਬੇਅੰਤ ਸੰਗਤਾਂ ਬੇਅੰਤ ਭੇਟਾਵਾਂ ਵੀ ਰੱਖ ਰਹੀਆਂ ਹਨ। ਔਰ ਇਸੇ ਤਰ੍ਹਾਂ ਨਾਲ ਫੁੱਲਾਂ ਦੀ ਵਰਖਾ ਵੀ ਹੋ ਰਹੀ ਹੈ, ਔਰ ਬੜੇ ਪਿਆਰ ਦੇ ਨਾਲ ਹੱਥ ਜੋੜ ਜੋੜ ਕੇ ਸੰਗਤ ਜਿੱਧਰੋਂ ਦੀ ਇਹ ਪਾਲਕੀ ਸਾਹਿਬਾਨ ਗੁਰੂ ਕੇ ਸਿੱਖ ਲੈ ਕਰਕੇ ਜਾ ਰਹੇ ਹਨ, ਉੱਥੋਂ ਸਾਰੀ ਸੰਗਤ ਬੜੇ ਅਦਬ ਦੇ ਨਾਲ ਝੁਕਦੀ ਹੈ, ਵਾਰ-ਵਾਰ ਨਮਸਕਾਰ ਕਰਦੀ ਹੈ। ਔਰ ਜਿਸ ਜਗ੍ਹਾ ਤੇ ਗਰੀਬ ਨਿਵਾਜ ਸਤਿਗੁਰਾਂ ਦੇ ਸਰੀਰ ਦਾ ਸੰਸਕਾਰ ਕੀਤਾ ਜਾਣਾ ਹੈ, ਉੱਥੇ ਸਾਰੀ ਸਿੱਖ ਸੰਗਤ ਗੁਰੂ ਕੇ ਪਿਆਰੇ ਸਾਰੀ ਸੰਗਤਾਂ ਦੇ ਸਮੇਤ ਪਹੁੰਚੇ ਹਨ।
ਸੁਧਾਰੇ। ਔਰ ਸੋਹਣੇ ਢੰਗ ਦੀ ਜਿਹੜੀ ਚਿਖਾ ਹੈ ਗੁਰੂ ਕੇ ਪਿਆਰਿਆਂ ਨੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਾਸਤੇ ਸਰੀਰ ਨੂੰ ਅਗਨ ਭੇਟ ਕਰਨ ਵਾਸਤੇ ਚਿਣੀ ਹੈ। ਔਰ ਮੁਖੀ ਸਿੱਖ ਕੁਲ ਹਾਜ਼ਰ ਹਨ। ਕਾਸ਼ਟ ਕੇ ਅੰਬਾਰ ਲਗਾਏ। ਔਰ ਸੰਗਤਾਂ ਨੇ ਬੇਅੰਤ ਸੁੱਕਾ ਜਿਹੜਾ ਬਾਲਣ ਹੈ, ਸੋਹਣੀਆਂ ਜਿਹੜੀਆਂ ਲੱਕੜਾਂ ਚੁਣ ਚੁਣ ਕੇ ਘਰਾਂ ਦੇ ਵਿੱਚੋਂ ਲੈ ਕਰਕੇ ਅੰਬਾਰ ਲਾਏ ਹੋਏ ਹਨ। ਗੁਰੂ ਕੇ ਸਰੀਰ ਨੂੰ ਅਗਨ ਭੇਟ ਕਰਨ ਵਾਸਤੇ ਬੇਅੰਤ ਸੰਗਤ ਪਹੁੰਚੀ ਹੈ। ਬਹੁਤ ਹੀ ਤਹਿ ਧਰੀ ਸੁਧਾਰ। ਔਰ ਉਹ ਜਿਹੜਾ ਲੱਕੜਾਂ ਦੀ ਇੱਕ ਚਿਤਾ ਜਿਹੜੀ ਚਿਣੀ ਹੋਈ ਹੈ, ਉਸ ਉੱਪਰ ਭਾਈ ਭਾਨਾ ਸਾਹਿਬ ਜੀ, ਰਾਏ ਜੋਧ ਸ਼ਾਹ ਔਰ ਸਤਿਗੁਰਾਂ ਦੇ ਸਪੁੱਤਰਾਂ ਨੇ ਬੜੇ ਸਤਿਕਾਰ ਦੇ ਨਾਲ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸਰੀਰ ਹੈ ਉਹਨੂੰ ਉੱਤੇ ਸੁਸ਼ੋਭਿਤ ਕੀਤਾ ਹੈ। ਅਦਬ ਦੇ ਨਾਲ ਸਰੀਰ ਟਿਕਾਇਆ ਹੈ। ਸੂਰਜ ਮਲ ਕਰ ਲਾਂਬੋ ਧਾਰ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਤਿਕਾਰਯੋਗ ਸਪੁੱਤਰ ਬਾਬਾ ਸੂਰਜਮਲ ਜੀ, ਇਹਨਾਂ ਨੇ ਆਪਣੇ ਪਿਤਾ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਿਖਾ ਨੂੰ ਜਿਹੜਾ ਉਹ ਅਗਨ ਦਿਖਾਈ ਹੈ, ਲਾਂਬੂ ਲਾਇਆ ਹੈ। ਕੁਮਾਰ ਕਰ ਦਿਓ ਲਗਾਏ। ਔਰ ਨੇਤਰਾਂ ਦੇ ਵਿੱਚੋਂ ਜਲ ਵਹਿ ਤੁਰਿਆ। ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਸਾਰੀ ਸੰਗਤ ਦੇ ਮਨ ਦੇ ਵਿੱਚ ਭਾਰੀ ਬੈਰਾਗ ਹੈ। ਔਰ ਗੁਰੂ ਕਾ ਸਪੁੱਤਰ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੀ ਅੰਤਮ ਕਿਰਿਆ ਕਰ ਰਹੇ ਹਨ। ਗੁਰ ਕੋ ਬਿਰਹਿ ਸ਼ੋਕ ਉਪਜਾਏ। ਔਰ ਹਰੇਕ ਜਿਹੜਾ ਗੁਰੂ ਕਾ ਪਿਆਰਾ ਹੈ ਬੈਰਾਗ ਦੇ ਨਾਲ ਭਰਿਆ ਹੋਇਆ ਹੈ। ਅੰਦਰ ਬਹੁਤ ਵੱਡਾ ਸ਼ੋਕ ਹੈ, ਸ਼ਾਂਤ ਹੈ ਹਰੇਕ ਦਾ ਅੱਜ ਹਿਰਦਾ, ਤੇ ਕੋਈ ਵੀ ਨੇਤਰ ਐਸਾ ਨਹੀਂ ਹੈ ਜਿਹਦੇ ਵਿੱਚੋਂ ਅੱਜ ਪਾਣੀ ਜਿਹੜਾ ਜਲ ਨਹੀਂ ਵਿਆ ਹੈ। ਹਰੇਕ ਦਾ ਹੀ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਅਤ ਦਾ ਸਨੇਹ ਹੈ। ਕੋਈ ਆਖਦਾ ਮੇਰੇ ਉੱਪਰ ਪਾਤਸ਼ਾਹ ਜੀ ਨੇ ਇਤਨੇ ਭਾਰੀ ਉਪਕਾਰ ਕੀਤੇ ਹਨ, ਕੋਈ ਆਖਦਾ ਮੈਨੂੰ ਪਾਤਸ਼ਾਹ ਜੀ ਨੇ ਆ ਬਖਸ਼ਾਂ ਕੀਤੀਆਂ ਹਨ, ਨਿਵਾਜਿਆ ਹੈ। ਹਰੇਕ ਸਤਿਗੁਰਾਂ ਦੇ ਗੁਣਾਂ ਨੂੰ ਯਾਦ ਕਰਦਾ ਹੋਇਆ ਅੱਜ ਨੇਤਰਾਂ ਦੇ ਵਿੱਚੋਂ ਪਾਣੀ ਵਹਾ ਰਿਹਾ ਹੈ। ਰੁਦਤ ਭਜ ਸਗਰੇ ਨਰ ਨਾਰੀ। ਤੇ ਸਾਰੇ ਨਰ ਨਾਰੀਆਂ ਇੱਧਰ ਜਿਹੜਾ ਚਿਖਾ ਹੈ ਉਹ ਜਲ ਰਹੀ ਹੈ। ਇੱਧਰ ਗੁਰੂ ਕੇ ਸਿੱਖ ਸ਼ਾਂਤ ਬੈਠੇ ਹਨ, ਸਾਰੇ ਸ਼ਾਂਤ ਹੋ ਕਰਕੇ ਬੈਠ ਗਏ। ਹੁਣ ਕੋਈ ਕਿਸੇ ਨਾਲ ਬੋਲ ਨਹੀਂ ਰਿਹਾ ਤੇ ਹਰੇਕ ਨੇਤਰਾਂ ਦੇ ਵਿੱਚੋਂ ਪਾਣੀ ਵਹਿ ਰਿਹਾ ਹੈ। ਤੇ ਗਰੀਬ ਨਿਵਾਜ ਸਤਿਗੁਰਾਂ ਦੇ ਸਰੀਰ ਵਾਲੇ ਪਾਸੇ ਲਗਾਤਾਰ ਟਿਕ ਕੇ ਦੇਖ ਰਹੇ ਹਨ। ਸਿਮਰ ਸਿਮਰ ਸਤਿਗੁਰ ਸੁਖਦਾਇਕ। ਔਰ ਗਰੀਬ ਨਿਵਾਜ ਸਤਿਗੁਰਾਂ ਦੇ ਕੀਤੇ ਹੋਏ ਭਾਰੇ ਉਪਕਾਰਾਂ ਨੂੰ ਮਨਾਂ ਦੇ ਵਿੱਚ ਵਾਰ-ਵਾਰ ਯਾਦ ਕਰਦੇ ਹਨ, ਲਿਆਉਂਦੇ ਹਨ। ਸਿਮਰ ਸਿਮਰ ਸਦ ਗੁਣ ਸੁਖਦਾਇਕ। ਹੇ ਪਾਤਸ਼ਾਹ, ਤੁਹਾਡਾ ਜੀਵਨ ਸੁਖਦਾਇਕ ਸੀਗਾ, ਭਾਰੀ ਉਪਕਾਰ ਸੀਗਾ, ਹਰੇਕ ਜੀਵ ਦਾ ਭਲਾ ਕੀਤਾ ਹੈ, ਹਰੇਕ ਤੇ ਬੇਅੰਤ ਗੁਣ ਕੀਤੇ ਹਨ, ਬੇਅੰਤ ਭਾਰੀ ਉਪਕਾਰ ਕੀਤੇ ਹਨ। ਹੇ ਪਾਤਸ਼ਾਹ, ਤੁਹਾਡੇ ਚਰਨਾਂ ਦੇ ਵਿੱਚੋਂ ਸਾਰਿਆਂ ਨੇ ਰੱਜ ਕੇ ਆਨੰਦ ਪ੍ਰਾਪਤ ਕੀਤਾ ਹੈ, ਸੁੱਖ ਪ੍ਰਾਪਤ ਕੀਤਾ ਹੈ, ਕਦੇ ਕੋਈ ਨਿਰਾਸ਼ ਹੋ ਕੇ ਨਹੀਂ ਪਰਤਿਆ ਹੈ। ਹੇ ਪਾਤਸ਼ਾਹ, ਤੁਸੀਂ ਧੰਨ ਹੋ, ਤੁਹਾਡਾ ਜੀਵਨ ਧੰਨ ਹੈ। ਔਰ ਉਧਰ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਨ ਯੋਧੇ ਸੈਨਾਪਤੀ, ਜਿਹੜੇ ਕੁਝ ਤਾਂ ਤਨਖਾਹ ਲੈਣ ਵਾਲੇ ਸਨ ਤੇ ਕੁਝ ਐਸੇ ਗੁਰੂ ਕੇ ਪਿਆਰੇ ਸਨ ਜਿਨ੍ਹਾਂ ਨੇ ਬਸ ਸਤਿਗੁਰਾਂ ਦੇ ਇੱਕ ਬੋਲ ਦੇ ਕਰਕੇ ਆਪਣਾ ਸਾਰਾ ਜੀਵਨ ਭੇਟਾ ਕਰ ਦਿੱਤਾ ਹੈ ਤੇ ਕਦੇ ਤਨਖਾਹ ਨਹੀਂ ਲਈ ਹੈ। ਲੜੇ ਵੀ ਹਨ ਜੰਗ ਯੁੱਧਾਂ ਦੇ ਵਿੱਚ, ਸ਼ਹਾਦਤਾਂ ਦੇ ਕਈਆਂ ਨੇ ਜਾਮ ਪੀ ਲੈ, ਪਰ ਜਿਹੜੇ ਗੁਰੂ ਕੇ ਚਰਨਾਂ ਦੇ ਵਿੱਚ ਅੱਜ ਮੌਜੂਦ ਹਨ, ਸਤਿਗੁਰਾਂ ਦੇ ਕੀਤੇ ਹੋਏ ਬਚਨ ਦੇ ਮੁਤਾਬਕ ਜਦੋਂ ਸਤਿਗੁਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਸੀ, ਵੱਡਾ ਇਕੱਠ ਹੋਇਆ ਸੀਗਾ। ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਇੱਕ ਸੈਨਾ ਤਿਆਰ ਕਰ ਰਹੇ ਹਾਂ ਤੇ ਨੌਜਵਾਨ ਆਪਣੀਆਂ ਜਵਾਨੀਆਂ ਭੇਟ ਕਰਨ, ਘੋੜੇ ਭੇਟ ਕਰਨ, ਸੋਹਣੇ ਸੋਹਣੇ ਸੰਗਤ ਘਰਾਂ ਦੇ ਵਿੱਚੋਂ ਸ਼ਸਤਰ ਬਣਾ ਕਰਕੇ ਲੈ ਕਰਕੇ ਆਵੇ। ਹੁਣ ਵਾਰ-ਵਾਰ ਤਤੀ ਤਵੇ ਤੇ ਨਹੀਂ ਕੋਈ ਬੈਠੇਗਾ, ਹੁਣ ਜ਼ੁਲਮ ਦਾ ਟਾਕਰਾ ਕੀਤਾ ਜਾਏਗਾ। ਹੁਣ ਡਰ ਕੇ ਅਸੀਂ ਘਰਾਂ ਦੇ ਵਿੱਚ ਨਹੀਂ ਬੈਠਾਂਗੇ।
ਤੇ ਸਤਿਗੁਰਾਂ ਦੇ ਇਹਨਾਂ ਬੋਲਾਂ ਤੇ ਫੁੱਲ ਚੜਾਉਂਦਿਆਂ ਹੋਇਆਂ ਬੇਅੰਤ ਗੁਰੂ ਕੇ ਸਿੱਖਾਂ ਨੇ ਸਾਰੀ ਜਵਾਨੀ ਸਤਿਗੁਰਾਂ ਨੂੰ ਭੇਟ ਕਰ ਦਿੱਤੀ ਹੈ ਔਰ ਸਾਰਾ ਜੀਵਨ ਸਤਿਗੁਰਾਂ ਤੋਂ ਕੁਰਬਾਨ ਕਰ ਦਿੱਤਾ ਹੈ। ਅੱਜ ਐਸੀ ਭਾਵਨਾ ਵਾਲੇ ਬੇਅੰਤ ਸਿੱਖ ਜਿਨ੍ਹਾਂ ਤੇ ਸਤਿਗੁਰਾਂ ਨੇ ਫੇਰਾ ਉਹਨਾਂ ਨੂੰ ਜਿਹੜੇ ਯੋਧੇ ਸੈਨਾਪਤੀ ਸੋਹਣੇ ਸੋਹਣੇ ਉਹਨਾਂ ਨੂੰ ਘਰ ਬਾਰ ਬਣਾ ਕਰਕੇ ਦਿੱਤੇ ਔਰ ਸਾਰੇ ਤਰ੍ਹਾਂ ਦੇ ਆਨੰਦ ਦਿੱਤੇ, ਬੇਅੰਤ ਪਰਉਪਕਾਰ ਕੀਤੇ, ਅਨੇਕਾਂ ਤਰ੍ਹਾਂ ਦੇ ਇਨਾਮ ਬਖਸ਼ੇ। ਗਰੀਬ ਨਿਵਾਜ ਸਤਿਗੁਰਾਂ ਦੇ ਵੱਲੋਂ ਕੀਤੇ ਹੋਏ ਪਰਉਪਕਾਰਾਂ ਨੂੰ ਯਾਦ ਕਰਦੀ ਹੋਈ ਜਿਹੜੇ ਅਨੇਕਾਂ ਗੁਰੂ ਕੇ ਸੈਨਿਕ ਹਨ ਉਹ ਵੀ ਭਾਰੀ ਅੱਜ ਸਦਮੇ ਦੇ ਵਿੱਚ ਉਹਨਾਂ ਦੇ ਅੰਦਰ ਵੀ ਭਾਰੀ ਬੈਰਾਗ ਹੈ ਔਰ ਬਚਨ ਕਰ ਰਹੇ ਹਨ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਰਹੇ ਹਨ, ਹੇ ਗੁਰ ਤੁਮਰੇ ਬਿਨਾ ਹਮਾਰੀ, ਹੇ ਪਾਤਸ਼ਾਹ ਤੁਹਾਡੇ ਤੋਂ ਬਿਨਾ ਹੁਣ ਸਾਡੀ ਕੀ ਜ਼ਿੰਦਗੀ ਹੈ। ਹੇ ਸਤਿਗੁਰੂ ਜੀ ਤੁਹਾਡੇ ਨਾਲ ਹੀ ਸਾਡਾ ਜੀਵਨ ਸੀਗਾ, ਤੁਹਾਡੇ ਨਾਲ ਸਨੇਹ ਹੈ, ਪਿਆਰ ਹੈ। ਹੇ ਪਾਤਸ਼ਾਹ ਇੰਝ ਲੱਗਦਾ ਤੁਹਾਡੇ ਤੋਂ ਬਿਨਾ ਜੀਵਨ ਹੁਣ ਗੁਜ਼ਰਨਾ ਬੜਾ ਮੁਸ਼ਕਲ ਹੋ ਜਾਏਗਾ, ਰਹਿ ਨਹੀਂ ਸਕਾਂਗੇ। ਜਿਸ ਤਰ੍ਹਾਂ ਮਛਲੀ ਨੂੰ ਪਾਣੀ ਤੋਂ ਪਰੇ ਕਰ ਦਈਏ ਤੇ ਜਿਸ ਤਰ੍ਹਾਂ ਉਹਦੀ ਹਾਲਤ ਹੁੰਦੀ ਹੈ ਨਾ, ਬੇਅੰਤ ਗੁਰੂ ਕੇ ਸਿੱਖ ਜਿਹੜੇ ਸਤਿਗੁਰਾਂ ਦੇ ਦੀਦਾਰ ਕਰਕੇ ਹੀ ਜਲ ਪਾਨ ਕਰਦੇ ਸਨ, ਜਿਤਨਾ ਚਿਰ ਪਾਤਸ਼ਾਹ ਜੀ ਦੇ ਦਰਸ਼ਨ ਨਾ ਕਰ ਲਏ ਉਹਨਾਂ ਚਿਰ ਨਹੀਂ ਕੁਛ ਛਕਣਾ। ਐਸਾ ਜਿਨ੍ਹਾਂ ਦਾ ਪ੍ਰਣ ਬਣਿਆ ਹੋਇਆ ਹੈ, ਸਾਰਾ ਜੀਵਨ ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਿਭਾਇਆ ਹੈ ਔਰ ਅੱਜ ਭਾਰੀ ਮਨਾਂ ਦੇ ਵਿੱਚ ਉਹਨਾਂ ਦੇ ਬੈਰਾਗ ਪੈਦਾ ਹੋ ਰਿਹਾ ਹੈ। ਹੇ ਪਾਤਸ਼ਾਹ ਤੁਹਾਡੇ ਵਰਗਾ ਸੁੱਧ ਲੈਣ ਵਾਲਾ, ਹੇ ਪਾਤਸ਼ਾਹ ਆਪਣੇ ਸੇਵਕਾਂ ਦੀ ਤੁਹਾਡੇ ਵਾਂਗ ਖਬਰਸਾਰ ਲੈਣ ਵਾਲਾ ਕੋਈ ਦੁਨੀਆ ਦੇ ਵਿੱਚ ਦੂਸਰਾ ਪੁਰਸ਼ ਨਹੀਂ ਹੋਏਗਾ। ਕੋ ਸੁੱਧ ਲੇਹੇ ਕਰੇ ਹੇ ਪ੍ਰਤਪਾਰੀ, ਹੇ ਪਾਤਸ਼ਾਹ ਤੁਹਾਡੇ ਵਾਂਗ ਆਪਣੇ ਸੇਵਕਾਂ ਦੀ ਕੌਣ ਸ਼ੁੱਧ ਲਏਗਾ ਤੇ ਕਿਹੜਾ ਤੁਹਾਡੇ ਵਾਂਗ ਪਰਉਪਕਾਰ ਕਰ ਸਕਦਾ ਹੈ, ਕਿਹੜਾ ਤੁਹਾਡੇ ਵਾਂਗ ਪ੍ਰਤਪਾਲਣਾ ਕਰ ਸਕਦਾ ਹੈ, ਕਿਹੜਾ ਕਿਸੇ ਨੂੰ ਰਿਜ਼ਕ ਦੇ ਸਕਦਾ ਹੈ। ਹੇ ਪਾਤਸ਼ਾਹ ਤੁਸੀਂ ਇੱਕ ਇੱਕ ਸੇਵਕ ਦਾ ਭਲਾ ਕੀਤਾ ਔਰ ਉਹਨਾਂ ਤੇ ਬੇਅੰਤ ਪਰਉਪਕਾਰ ਕੀਤੇ ਹਨ। ਔਰ ਕੋਈ ਯੋਧਾ ਜਿਹੜਾ ਗੁਰੂ ਕਾ ਪਿਆਰਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਸਤਿਗੁਰਾਂ ਦੇ ਬੋਲਾਂ ਦੇ ਕਰਕੇ, ਹੇ ਪਾਤਸ਼ਾਹ ਤੁਸੀਂ ਆਪ ਆ ਕਰਕੇ ਸਾਨੂੰ ਯੁੱਧ ਵਿਦਿਆ ਸਿਖਾਉਂਦੇ ਸੀਗੇ, ਸਾਨੂੰ ਸ਼ਸਤਰ ਚਲਾਉਣ ਦੀ ਜਾਚ ਸਿਖਾਈ। ਗਰੀਬ ਨਿਵਾਜ ਪਾਤਸ਼ਾਹ ਜੀ ਭਾਰੀ ਬਲੀ ਮਹਾਨ ਸੂਰਮੇ ਸੰਤ ਸਿਪਾਹੀ ਮੀਰੀ ਪੀਰੀ ਦੇ ਮਾਲਕ, ਹੇ ਪਾਤਸ਼ਾਹ ਕੋਈ ਕਿਸੇ ਪਰਉਪਕਾਰ ਨੂੰ ਯਾਦ ਕਰ ਰਿਹਾ ਤੇ ਕੋਈ ਆਖਦਾ ਅੱਜ ਮੈਂ ਜੇ ਸੈਨਾਪਤੀਆਂ ਨਾ, ਅੱਜ ਜੇਕਰ ਯੁੱਧ ਵਿਦਿਆ ਕਰਕੇ ਮੇਰਾ ਨਾਮ ਹੈ ਤੇ ਇਹ ਸਤਿਗੁਰਾਂ ਦੇ ਸਿਖਾਏ ਹੋਏ ਦਾ ਪੇਚ ਕਰਕੇ ਹੀ ਅੱਜ ਇੱਥੋਂ ਤੱਕ ਪਹੁੰਚਿਆ ਹਾਂ। ਕੋਈ ਕਿਸੇ ਤਰ੍ਹਾਂ ਦੇ ਗੁਣ ਬਿਆਨ ਕਰ ਰਿਹਾ, ਕੋਈ ਕਿਸੇ ਤਰ੍ਹਾਂ ਦੇ। ਹੇ ਪਾਤਸ਼ਾਹ ਕਹਿਣ ਲੱਗੇ ਕਿ ਕੋ ਸਿੱਧ ਲੇਹ ਕਰੇ ਪ੍ਰਤਪਾਰੀ, ਕੋ ਅਯੁੱਧ ਵਿਦਿਆ ਸਿਖਰਾਵੇ, ਕਿਹੜਾ ਤੁਹਾਡੇ ਵਾਂਗ ਇਤਨੇ ਸੁੰਦਰ ਵਾਰ ਇਤਨੇ ਸਫਾਈ ਵਾਲੇ ਪਾਤਸ਼ਾਹ ਜੀ ਸਿਖਾਏਗਾ। ਤੇ ਕਹਿਣ ਲੱਗੇ ਕੋ ਪਰਖੈ ਬਹੁ ਦਰਬ ਦਿਵਾਵੇ, ਪਾਤਸ਼ਾਹ ਜੀ ਪਰਖ ਲੈਂਦੇ ਸਨ ਮਹਾਨ ਸੂਰਮੇ ਨੂੰ। ਤੇ ਜਿਹੜਾ ਕੋਈ ਬਲੀ ਹੁੰਦਾ ਸੀਗਾ ਔਰ ਉਹਦੀ ਜੁਰਤ ਦੇ ਮੁਤਾਬਕ, ਉਹਦੀ ਦਲੇਰੀ ਦੇ ਮੁਤਾਬਕ, ਉਹਦੀ ਵੀਰਤਾ ਨੂੰ ਪਰਖ ਕੇ ਸਤਿਗੁਰੂ ਜੀ ਅਹੁਦੇ ਦਿੰਦੇ ਹਨ। ਪਾਤਸ਼ਾਹ ਜੀ ਬੇਅੰਤ ਭਾਰੀ ਇਨਾਮ ਬਖਸ਼ ਕਰਕੇ ਨਿਹਾਲ ਕਰਦੇ ਹਨ। ਇਹ ਸਤਿਗੁਰੂ ਜੀ ਐਸਾ ਜਿਹੜਾ ਪਾਰਖੂ ਦੁਨੀਆ ਦੇ ਵਿੱਚ ਹੋਰ ਕੌਣ ਹੋ ਸਕਦਾ ਹੈ। ਔਰ ਇੱਕ ਪਾਸੇ ਖੜੇ ਗੁਰੂ ਕੇ ਪ੍ਰਚਾਰਕ ਮਸੰਦ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਥਾਪੇ ਹੋਏ ਜਥੇਦਾਰ ਖੜੇ ਸਨ। ਸਾਰੇ ਇੱਕ ਪਾਸੇ ਸੈਨਾ ਖੜੀ ਹੈ, ਗੁਰੂ ਕਾ ਪਰਿਵਾਰ ਖੜਾ ਹੈ ਔਰ ਵੱਖ ਵੱਖ ਗੁਰੂ ਕੇ ਦੂਸਰੇ ਵੱਡੇ ਗੁਰੂ ਸਾਹਿਬਾਨਾਂ ਦੇ ਪਰਿਵਾਰਾਂ ਦੇ ਵਿੱਚੋਂ ਸਿੱਖ ਖੜੇ ਹਨ। ਔਰ ਇੱਕ ਪਾਸੇ ਗੁਰੂ ਘਰ ਦੇ ਪ੍ਰਚਾਰਕ ਮਸੰਦ ਜਥੇਦਾਰ ਇੱਕ ਪਾਸੇ ਖੜੇ ਹਨ। ਔਰ ਹੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਸਾਨੂੰ ਨਿਮਾਣਿਆਂ ਨੂੰ ਤੁਸੀਂ ਏਡਾ ਵੱਡਾ ਆਦਰ ਬਖਸ਼ਿਆ, ਇਹਨਾਂ ਸਾਡੇ ਉੱਪਰ ਦਇਆ ਕਰਦੇ ਹੋ, ਇੰਨੀ ਸੰਭਾਲ ਕਰਦੇ ਹੋ। ਹੇ ਪ੍ਰਭ ਕੋ ਆਦਰ ਹਮ ਕਰੇ, ਹੇ ਪਾਤਸ਼ਾਹ
ਭਲਾ ਤੁਹਾਡੇ ਵਰਗਾ ਕੋਈ ਆਦਰ ਕੌਣ ਕਰ ਸਕਦਾ ਹੈ। ਦੇਖੋ ਸਤਿਗੁਰੂ ਜੀ ਜੇ ਭਾਈ ਨੱਥਾ ਜੀ ਤੇ ਬਾਬਾ ਅਬਦੁੱਲਾ ਜੀ ਵਰਗੇ ਜਿਹੜੇ ਢਾਡੀ ਸਿੰਘ ਹਨ ਉਹਨਾਂ ਨੂੰ ਹਾਥੀ ਬਖਸ਼ਦੇ ਹਨ, ਔਰ ਇਸੇ ਤਰ੍ਹਾਂ ਗਰੀਬ ਨਿਵਾਜ ਸਤਿਗੁਰੂ ਜੀ ਜਿਹੜਾ ਕੋਈ ਮਹਾਨ ਯੋਧਾ ਹੈ, ਹੁਣ ਪੈਂਦੇ ਖਾਂ ਵਰਗੇ ਮਹਾਨ ਜਿਹੜੇ ਯੋਧੇ ਹਨ ਉਹਨਾਂ ਨੂੰ ਸਤਿਗੁਰਾਂ ਨੇ ਸੋਹਣਾ ਘਰ ਬਣਾ ਕੇ ਦਿੱਤਾ, ਬੇਅੰਤ ਵਾਰ ਬਲੀ ਘੋੜੇ ਬਖਸ਼ੇ, ਪੁਸ਼ਾਕਾਂ ਸੁੰਦਰ ਬਖਸ਼ੀਆਂ, ਬਹੁਤ ਧਨ ਦੌਲਤ ਬਖਸ਼ਿਆ, ਔਰ ਹੋਰ ਅਨੇਕਾਂ ਜਿਹੜੇ ਯੋਧੇ ਜਿਹੜੇ ਸਮੇਂ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਏ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਹਰੇਕ ਤਰ੍ਹਾਂ ਦਾ ਜਿਹੜਾ ਪੁਰਸ਼ ਹੈ ਉਹਦਾ ਬਹੁਤ ਵੱਡਾ ਮਾਣ ਸਨਮਾਨ ਕੀਤਾ ਹੈ। ਔਰ ਇੱਕ ਪਾਸੇ ਖੜੇ ਗੁਰੂ ਕੇ ਸੇਵਾਦਾਰ ਬੇਨਤੀਆਂ ਕਰ ਰਹੇ ਹਨ, ਪਾਤਸ਼ਾਹ ਭਲਾ ਤੁਹਾਡੇ ਵਰਗਾ ਆਦਰ ਹੁਣ ਕਿੱਥੋਂ ਮਿਲੇਗਾ। ਤੇ ਸਤਿਗੁਰੂ ਜੀ ਤੁਸੀਂ ਸਾਨੂੰ ਨਿਮਾਣਿਆਂ ਨੂੰ, ਨਿਤਾਣਿਆਂ ਨੂੰ, ਸਤਿਗੁਰੂ ਜੀ ਆਮ ਜੇ ਪੁਰਸ਼ਾਂ ਨੂੰ ਆਪਣੇ ਚਰਨਾਂ ਦੇ ਵਿੱਚ ਬੈਠਾ ਕਰਕੇ ਨਿਵਾਜਦੇ ਸੀਗੇ, ਸਤਿਕਾਰ ਬਖਸ਼ਦੇ ਸੀਗੇ, ਬੇਅੰਤ ਰਹਿਮਤਾਂ ਕਰਦੇ ਸੀ, ਭਾਰੀ ਉਪਕਾਰ ਕਰਦੇ ਸੀਗੇ। ਜਥਾ ਜੋਗ ਬੈਠਾਵਤ ਪਾਸ, ਹਮੇਸ਼ਾ ਸਾਨੂੰ ਆਪਣੇ ਚਰਨਾਂ ਦੇ ਵਿੱਚ ਕੋਲ ਬੁਲਾ ਕਰਕੇ ਬਿਠਾ ਕਰਕੇ ਤੇ ਕਈ ਤਰ੍ਹਾਂ ਦੇ ਬਚਨ ਵਿਲਾਸ ਕਰਦੇ ਸੀ, ਸਾਡੇ ਉੱਪਰ ਭਾਰੀ ਉਪਕਾਰ ਕਰਦੇ ਹੋ। ਦਇਆ ਕਰਤ ਹੋਏ ਕਾਰਜ ਰਾਸ। ਔਰ ਜਦੋਂ ਕੋਈ ਕਿਸੇ ਵੀ ਤਰ੍ਹਾਂ ਦੀ ਬੇਨਤੀ ਕਰਦਾ ਸੀਗਾ ਤੇ ਝਾਟੀ ਪਾਤਸ਼ਾਹ ਜੀ ਤੁਸੀਂ ਦਿਆਲੂ ਹੋ ਜਾਂਦੇ ਸੀਗੇ। ਦਇਆ ਕਰਤ ਹੋਏ ਕਾਰਜ ਰਾਸ, ਤੇ ਤੁਹਾਡੇ ਚਰਨਾਂ ਦੇ ਵਿੱਚ ਤੁਹਾਡਾ ਦਿਆਲੂ ਸੁਭਾਅ ਹੋਣ ਕਰਕੇ ਕੋਈ ਵੀ ਅਜਿਹਾ ਸਿੱਖ ਨਹੀਂ ਹੈ ਜਿਹਦੇ ਕਾਰਜ ਰਾਸ ਨਹੀਂ ਹੋਏ ਹਨ। ਔਰ ਇਸੇ ਤਰ੍ਹਾਂ ਹੋਰ ਜਿੱਥੇ ਨਰ ਪੁਰਸ਼ ਮਨ ਦੇ ਵਿੱਚ ਬੈਰਾਗ ਹੈ ਉੱਥੇ ਅਨੇਕਾਂ ਨਾਰੀਆਂ, ਉੱਥੇ ਬੇਅੰਤ ਇਸਤਰੀਆਂ ਜਿਹੜੀਆਂ ਸਤਿਗੁਰਾਂ ਦੇ ਦੀਦਾਰ ਕਰਕੇ ਪ੍ਰਸੰਨ ਹੁੰਦੀਆਂ ਹਨ, ਬਹੁਤ ਵੱਡੀ ਸੇਵਾ ਜੋ ਕਰਦੀਆਂ ਹਨ, ਉਹਨਾਂ ਦੇ ਮਨਾਂ ਦੇ ਵਿੱਚ ਵੀ ਭਾਰੀ ਬੈਰਾਗ ਹੈ। ਹੇ ਪਾਤਸ਼ਾਹ ਤੁਸੀਂ ਸਾਰਿਆਂ ਨੂੰ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਘਰ ਹੈ ਨਾ, ਆਪਾਂ ਕਈ ਵਾਰੀ ਬਚਨ ਸਾਂਝਾ ਕੀਤਾ ਹੈ, ਜਿੱਥੇ ਹੋਰਨਾਂ ਧਾਰਮਿਕ ਥਾਵਾਂ 'ਤੇ ਜਾਂ ਧਾਰਮਿਕ ਗੁਰੂ ਪੀਰਾਂ ਦੀ ਨਿਗਾਹ ਦੇ ਵਿੱਚ ਜਿਹੜੇ ਇਹ ਆਖਦੇ ਸਨ ਕਿ ਜੇ ਕਿਤੇ ਇਸਤਰੀ ਮੱਥੇ ਵੀ ਲੱਗ ਗਈ ਤੇ ਸਾਡੇ ਸਾਰੇ ਜਪ ਤਪ ਨਸ਼ਟ ਹੋ ਜਾਣੇ ਹਨ, ਇਸ ਤਰ੍ਹਾਂ ਕਿਹਾ ਜਾਂਦਾ ਸੀਗਾ। ਉਹ ਜੰਗਲਾਂ ਦੇ ਵਿੱਚ ਜਾ ਕੇ ਰਹਿੰਦੇ ਸਨ, ਕਿਤੇ ਇਸਤਰੀ ਮੱਥੇ ਨਾ ਲੱਗ ਜਾਏ, ਕਿਤੇ ਸ਼ੂਦਰ ਨੀਵੀਂ ਜਾਤ ਵਾਲਾ ਸਾਡੇ ਸਾਹਮਣੇ ਨਾ ਆ ਜਾਏ, ਕਿਤੇ ਪਰਛਾਵਾਂ ਵੀ ਨਾ ਪੈ ਜਾਏ। ਜਿਹੜੀ ਧਰਮਾਂ ਦੇ ਵਿੱਚ ਅਜਿਹੀ ਵਿਚਾਰਧਾਰਾ ਸੀਗੀ, ਨੀਵੀਂ ਜਾਤ ਵਾਲੇ ਨੂੰ, ਸ਼ੂਦਰ ਨੂੰ ਤੇ ਇਸਤਰੀ ਨੂੰ ਕੋਈ ਧਾਰਮਿਕ ਥਾਂ ਪ੍ਰਾਪਤ ਨਹੀਂ ਸੀਗੀ, ਨਾ ਉਹ ਧਾਰਮਿਕ ਥਾਂ 'ਤੇ ਬੈਠ ਸਕਦੇ ਹਨ, ਨਾ ਕੋਈ ਗ੍ਰੰਥ ਪੜ੍ਹ ਸਕਦੇ ਹਨ, ਨਾ ਉਹ ਕਿਸੇ ਤਰ੍ਹਾਂ ਦੀ ਸੇਵਾ ਕਮਾ ਸਕਦੇ ਹਨ। ਤੇ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਤਾਂ ਜਨਮ ਸਫਲ ਹੀ ਨਹੀਂ ਹੋ ਸਕਦਾ। ਪਰ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਸਾਰਿਆਂ ਨੂੰ ਸਤਿਕਾਰ ਮਿਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਜਿੱਥੇ ਨਰ ਪੁਰਸ਼ ਆਪਣਾ ਭਲਾ ਕਰਦੇ ਹਨ ਆ ਕਰਕੇ, ਉੱਥੇ ਅਨੇਕਾਂ ਜੀਵ ਇਸਤਰੀਆਂ ਵੀ ਤਰੀਆਂ, ਅਨੇਕਾਂ ਨੇ ਸੰਗਤ ਕੀਤੀ ਗੁਰੂ ਕੇ ਚਰਨਾਂ ਦੇ ਵਿੱਚੋਂ, ਉਹਨਾਂ ਨੂੰ ਵੀ ਆਨੰਦ ਮਿਲਿਆ, ਸੁੱਖ ਮਿਲਿਆ, ਉਹਨਾਂ ਦਾ ਵੀ ਭਲਾ ਹੋਇਆ ਹੈ। ਹੇ ਪਾਤਸ਼ਾਹ ਤੁਸੀਂ ਅਨੇਕਾਂ ਜਾਤਾਂ 'ਤੇ, ਗਰੀਬਾਂ 'ਤੇ, ਬੇਸਹਾਰਿਆਂ 'ਤੇ, ਲੋੜਵੰਦਾਂ 'ਤੇ ਔਰ ਨਰ ਨਾਰੀਆਂ 'ਤੇ, ਇਸਤਰੀਆਂ 'ਤੇ, ਹਰੇਕ ਜੀਵ ਦੇ ਉੱਪਰ ਤੁਸੀਂ ਦਇਆ ਕੀਤੀ ਹੈ। ਤੇ ਹੇ ਸਤਿਗੁਰੂ ਜੀ ਜੇ ਹੰਕਾਰ ਧਾਰਨ ਕਰਕੇ ਤੁਰਕ ਆਏ ਤੇ ਤੁਸੀਂ ਉਹਨਾਂ ਦਾ ਵੀ ਸ਼ਿੰਗਾਰ ਕਰ ਦਿੱਤਾ, ਨਾਸ਼ ਕਰ ਦਿੱਤਾ, ਲੱਖਾਂ ਦੀ ਗਿਣਤੀ ਦੇ 4 ਵਾਰੀ ਚੜ੍ਹ ਕੇ ਆਏ ਤੇ ਪਾਤਸ਼ਾਹ ਜੀ ਤੁਸੀਂ ਉਹਨਾਂ ਨੂੰ ਵੀ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਔਰ ਸਤਿਗੁਰੂ ਜੀ 4 ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ। ਔਰ ਹੇ ਪਾਤਸ਼ਾਹ ਆਪਣੇ ਪਰਿਵਾਰ ਨੂੰ, ਆਪਣੇ ਸਿੱਖਾਂ ਨੂੰ, ਆਪਣੇ ਸੇਵਾਦਾਰਾਂ ਨੂੰ ਹਮੇਸ਼ਾ ਤੁਹਾਡੇ ਚਰਨਾਂ ਦੇ ਵਿੱਚ ਸੁੱਖ ਔਰ ਆਨੰਦ ਹੀ ਪ੍ਰਾਪਤ ਹੋਇਆ ਹੈ। ਗੁਰੂ ਰੂਪ ਜੋਧਾ ਬਲ ਭਾਰੀ। ਔਰ ਹੇ ਪਾਤਸ਼ਾਹ ਗੁਰੂ ਰੂਪ ਜੋਧਾ ਬਲ ਭਾਰੀ। ਹੇ ਪਾਤਸ਼ਾਹ ਤੁਸੀਂ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਹੋ, ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਮਾਲਕ ਹੋ ਨਾ, ਉੱਥੇ ਨਾਲ ਹੀ ਬਹੁਤ ਵੱਡੇ ਭਾਰੀ ਯੋਧੇ ਵੀ ਹੋ। ਮੇਰੇ ਮਹਾ ਸੰਭਾਰੀ। ਔਰ ਹੇ ਪਾਤਸ਼ਾਹ
तुसां ने पीरी ते मीरी एक जगह ते इकट्ठी कर दित्ती, मिला दित्ती। ਜਿਹੜੀਆਂ ਇਹ ਦੋ ਚੀਜ਼ਾਂ ਵੱਖਰੀਆਂ ਵੱਖਰੀਆਂ ਸਨ, ਪੀਰੀ ਤੇ ਮੀਰੀ ਨੂੰ ਇੱਕ ਜਗ੍ਹਾ ਤੇ ਲਏ ਆਂਦਾ, ਇੱਕ ਜਗ੍ਹਾ ਤੇ ਬਰਾਬਰਤਾ ਦੇ ਇੱਕ ਜਗ੍ਹਾ ਤੇ ਪਰੋ ਦਿੱਤਾ। हे ਪਾਤਸ਼ਾਹ, ਗਰੀਬ ਨਿਵਾਜ ਸਤਿਗੁਰੂ ਜੀ, ਇਹ ਤੁਹਾਡਾ ਹੀ ਪਰਉਪਕਾਰ ਹੈ। ਇੱਕ ਦਿਸ਼ ਸੰਗਤ ਪ੍ਰੇਮ ਵਿਸਾਲਾ। ਔਰ ਇਸ ਤਰ੍ਹਾਂ ਵੱਖਰੀ ਵੱਖਰੀ ਦਿਸ਼ਾ ਦੇ ਵਿੱਚ ਸੰਗਤਾਂ ਦੇ ਮਨ ਦੇ ਵਿੱਚ ਬਹੁਤ ਭਾਰੀ ਪ੍ਰੇਮ ਹੈ। ਰੋਦਤ ਹੈ ਕਿ ਚਿਕ ਸਿੱਖ ਜਾਲਾ। ਔਰ ਸਤਿਗੁਰਾਂ ਦਾ ਸਰੀਰ ਦੇ ਕੋਲ ਖੜ ਕਰਕੇ, ਜਿੱਥੇ ਚਿਖਾ ਚਿਣੀ ਹੋਈ ਹੈ ਤੇ ਸਰੀਰ ਨੂੰ ਅਗਨ ਦਿਖਾਈ ਗਈ ਹੈ ਤੇ ਸਤਿਗੁਰਾਂ ਦੇ ਸਰੀਰ ਦਾ ਸੰਸਕਾਰ ਹੋ ਰਿਹਾ ਹੈ, ਸਿੱਖ ਆਪਣੇ ਮਨਾਂ ਦੇ ਵਿੱਚ ਸਤਿਗੁਰਾਂ ਦੇ ਗੁਣਾਂ ਨੂੰ ਯਾਦ ਕਰਦੇ ਹੋਏ, ਹਰੇਕ ਗੁਰੂ ਕੇ ਸਿੱਖ ਦੇ ਮਨ ਦੇ ਵਿੱਚ ਨੇਤਰਾਂ ਦੇ ਵਿੱਚ ਬੈਰਾਗ ਹੈ ਔਰ ਸਤਿਗੁਰਾਂ ਦੇ ਪਰਉਪਕਾਰਾਂ ਨੂੰ ਯਾਦ ਕਰ ਰਹੇ ਹਨ, ਗਰੀਬ ਨਿਵਾਜ ਸਤਿਗੁਰਾਂ ਦੇ ਗੁਣ ਗਾ ਰਹੇ ਹਨ। ਅਗਲਾ ਜਿਹੜਾ ਇਤਿਹਾਸ ਹੈ ਆਪਾਂ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ, ਕਿਉਂਕਿ ਅੱਜ ਆਪ ਜੀ ਦੇ ਨਾਲ ਕੁਝ ਕੁ ਸਮੇਂ ਵਾਸਤੇ ਆਪਣੇ ਨੇੜੇ ਪੁਤਲੀ ਘਰ ਸੈਂਟਰਲ ਖਾਲਸਾ ਯਤੀਮਖਾਨਾ, ਉੱਥੋਂ ਦੇ ਇੱਕ ਵਿਦਿਆਰਥੀ ਭਾਈ ਨਿਰਮਲ ਸਿੰਘ ਜੀ, ਜਿਹੜੇ ਸੂਰਮੇ ਸਿੰਘ ਹਨ, ਸ਼ੁਰੂ ਤੋਂ ਨੇਤਰਾਂ ਦੇ ਵਿੱਚ ਜੋਤ ਨਹੀਂ ਹੈ, ਪਰ ਉਹਨਾਂ ਦੀ ਇੱਛਾ ਹੈ ਕਿ ਕਥਾ ਦੀ ਸੇਵਾ ਮਾਲਕ ਮੈਨੂੰ ਬਖਸ਼ੇ, ਔਰ ਉਹ ਕਥਾ ਸਿੱਖਦੇ ਵੀ ਹਨ ਔਰ ਵੱਖ ਵੱਖ ਥਾਵਾਂ 'ਤੇ ਕੁਝ ਕੁ ਸਮਾਂ ਹਾਜ਼ਰੀ ਵੀ ਭਰਦੇ ਹਨ। ਆਓ ਉਹਨਾਂ ਦੇ ਕੋਲੋਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਹੈ, ਇਹ ਪਾਤਸ਼ਾਹ ਮਿਹਰ ਕਰਿਓ, ਕਿਰਪਾ ਕਰਿਓ, ਸੇਵਕ ਦੀ ਭਾਵਨਾ ਪੂਰੀ ਕਰਿਓ। ਉਹਨਾਂ ਨੂੰ ਬੇਨਤੀ ਹੈ ਕੁਝ ਕੁ ਸਮੇਂ ਵਾਸਤੇ ਉਹ ਆਪ ਸੰਗਤ ਦੇ ਦਰਸ਼ਨ ਕਰਨਗੇ, ਉਪਰੰਤ ਗੁਰਬਾਣੀ ਦੇ ਕੀਰਤਨ ਦੀ ਆਰੰਭਤਾ ਹੋਏਗੀ। ਆਓ ਕੁਝ ਕੁ ਸਮਾਂ ਉਹਨਾਂ ਦੇ ਕੋਲੋਂ ਬਚਨ ਸਰਵਣ ਕਰਦੇ ਹਾਂ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਆਖੀਰ ਦੇ ਵਿੱਚ ਸਾਰੀ ਸੰਗਤ ਅਦਬ ਸਹਿਤ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ। ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਦ ਸਮਾਰਿਆ। ਸਾਧ ਜਨਾ ਹੋਏ ਕਿਰਪਾਲਾ, ਬਿਕਸੈ ਸਭ ਪਰਵਾਰਿਆ। ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ। ਸੂਖ ਮੰਗਲ ਕਲਿਆਣ ਵਿਚਾਰਿਆ। ਧੰਨ ਧੰਨ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਖਾਲਸਾ, ਗੁਰੂ ਰੂਪ, ਗੁਰੂ ਪਿਆਰੇ, ਗੁਰੂ ਸਵਾਰੇ ਸਤ ਸੰਗੀ ਜਨ। ਬਹੁਤ ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਫਤਿਹ ਪ੍ਰਵਾਨ ਕਰੋ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਕੋਲ ਕੋਈ ਇਸ ਤਰ੍ਹਾਂ ਦੇ ਸ਼ਬਦ ਵੀ ਹੈ ਨਹੀਂ ਜਿਸ ਦੇ ਨਾਲ ਆਪਾਂ ਗਿਆਨੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰ ਸਕੀਏ, ਕਿਉਂਕਿ ਦਾਸ ਇਹਨਾਂ ਦਾ ਹੀ ਵਿਦਿਆਰਥੀ ਹੈ ਔਰ ਇਹਨਾਂ ਪਾਸੋਂ ਹੀ ਦਾਸ ਨੇ ਵਿਦਿਆ ਸ਼ੁਰੂ ਕੀਤੀ ਸੀ। ਔਰ ਸਤ ਸੰਗਤ ਦੇ ਲਈ ਗੁਰੂ ਸਾਹਿਬ ਜੀ ਕਹਿੰਦੇ ਹਨ, ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਵਖਾਨੀਐ।
ਉਹ ਸਤ ਸੰਗਤ ਹੈ ਜਿੱਥੇ ਪਰਮਾਤਮਾ ਦੀ ਗੱਲ ਕੀਤੀ ਜਾਂਦੀ ਹੈ। ਇੱਕ ਪਰਮਾਤਮਾ ਨੂੰ ਸਿਮਰਿਆ ਜਾਂਦਾ, ਇੱਕ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ, ਇੱਕ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ। ਤੇ ਆਓ ਸਾਧ ਸੰਗਤ, ਅੱਜ ਆਪਾਂ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ, ਇਸ ਪੰਕਤੀ ਦੇ ਵਿੱਚ ਕੁਝ ਬਚਨ ਸਾਂਝੇ ਕਰਨੇ ਹਨ। ਕਿਉਂਕਿ ਇਤਿਹਾਸ ਛੇਵੇਂ ਪਾਤਸ਼ਾਹ ਜੀ ਦਾ ਅੱਜ ਦੇ ਦਿਨ ਸੰਪੂਰਨ ਹੋਇਆ ਔਰ ਅਰਦਾਸ ਦੇ ਮਨ ਦੇ ਵਿੱਚ ਆਇਆ ਕਿ ਕੋਈ ਗੱਲ ਨਹੀਂ, ਇੱਕ ਵਾਰ ਫਿਰ ਛੇਵੇਂ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਦੁਹਰਾਇਆ ਜਾਵੇ, ਥੋੜ੍ਹੀਆਂ ਜਿਹੀਆਂ ਬਚਨ ਜਿਹੜੇ ਉਹਨਾਂ ਦੇ ਵਿੱਚੋਂ ਸਾਂਝੇ ਕੀਤੇ ਜਾਣ। ਕਹਿਣ ਲੱਗੇ ਇੱਕ ਵਾਰ ਕੀ ਹੋਇਆ, ਛੇਵੇਂ ਪਾਤਸ਼ਾਹ ਗੁਰਿਆਈ ਤੇ ਬੈਠੇ ਨੇ, ਉਹਨਾਂ ਨੇ ਸੰਗਤਾਂ ਦੇ ਅੱਗੇ ਇੱਕ ਸ਼ਰਤ ਰੱਖੀ, ਇੱਕ ਬਚਨ ਕੀਤਾ ਸੰਗਤਾਂ ਦੇ ਨਾਲ। ਕਹਿਣ ਲੱਗੇ ਸੰਗਤ ਜੀ, ਕੋਈ ਉਹ ਸਿੱਖ ਹੈ ਜਿਹੜਾ ਭਾਵਨਾ ਸਹਿਤ ਗੁਰੂ ਨਾਨਕ ਦੀ ਬਾਣੀ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਜਪਜੀ ਸਾਹਿਬ ਦਾ ਪਾਠ ਕਰਕੇ ਸੁਣਾਵੇ ਔਰ ਸੁਣਾਵੇ ਵਿਸ਼ੁੱਧ। 2-4 ਦਿਨ ਤੱਕ ਕੋਈ ਨਹੀਂ ਆਇਆ। ਇੱਕ ਦਿਨ ਭਾਈ ਗੋਪਾਲ ਚੰਦ ਜੀ ਉੱਠੇ, ਉਹ ਕਹਿਣ ਲੱਗੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਇਹ ਸੇਵਾ ਮੈਨੂੰ ਦਿਓ, ਮੈਂ ਕਰਾਂਗਾ ਇਹ ਸੇਵਾ। ਗੁਰੂ ਸਾਹਿਬ ਕਹਿਣ ਲੱਗੇ ਆਓ ਭਾਈ। ਗੁਰੂ ਸਾਹਿਬ ਪ੍ਰਸੰਨ ਹੋ ਗਏ, ਕਹਿੰਦੇ ਇੰਨੇ ਪਿਆਰ ਦੇ ਨਾਲ ਉਹਨੇ ਬਾਣੀ ਸੁਣਾਈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਉਸ ਨੂੰ ਗੁਰੂ ਸਾਹਿਬ ਜੀ ਕਹਿਣ ਕਿ ਮੈਂ ਕੀ ਦਿਆਂ, ਜੇ ਧਨ ਦੌਲਤ ਦਿਆਂ, ਧਨ ਦੌਲਤ ਵੀ ਮੁੱਕ ਜੂ, ਇਹ ਕਿਹੜਾ ਨਾਲ ਜਾਵੇ। ਜੇ ਮੈਂ ਕੋਈ ਦੁਨਿਆਵੀ ਚੀਜ਼ ਦਿਆਂ, ਉਹ ਵੀ ਨਾਲ ਨਹੀਂ ਜਾਣੇ, ਕੀ ਦਿਆਂ। ਆਖਰ ਸੋਚਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਦੀ ਗੁਰਿਆਈ ਦੇਣ ਤੱਕ ਚਲੇ ਗਏ। ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਗੁਰੂ ਨਾਨਕ ਦੇ ਘਰ ਤੋਂ ਵੱਡੀ ਸੇਵਾ ਹੋਰ ਕਿਹੜੀ ਹੈ। ਇਸ ਨੂੰ ਆਪਾਂ ਗੁਰੂ ਨਾਨਕ ਦੇ ਘਰ ਦਾ ਚਾਕਰ ਬਣਾ ਦਿੰਦੇ ਹਾਂ, ਗੁਰੂ ਨਾਨਕ ਸਾਹਿਬ ਦੇ ਘਰ ਦਾ ਗੁਰੂ ਬਣਾ ਦਿੰਦੇ ਹਾਂ। ਇਤਿਹਾਸ ਗਵਾਹ ਜਦੋਂ 37ਵੀਂ ਪੌੜੀ ਤੇ ਆਏ ਭਾਈ ਗੋਪਾਲ ਚੰਦ ਜੀ, ਉਹਨਾਂ ਦੇ ਮਨ ਦੇ ਵਿੱਚ ਘੋੜੇ ਦਾ ਆ ਗਿਆ ਕਿ ਜਿਹੜੇ 5 ਘੋੜੇ ਗੁਰੂ ਸਾਹਿਬ ਜੀ ਨੂੰ ਭੇਟ ਕੀਤੇ ਨੇ ਨਾ, ਜੇਕਰ ਉਹਨਾਂ ਦੇ ਵਿੱਚੋਂ ਇੱਕ ਘੋੜਾ ਮੈਨੂੰ ਮਿਲ ਜਾਵੇ ਨਾ, ਇਹ ਸਮਝ ਲਓ ਮੇਰੀ ਧੰਨ ਹੋ ਜਾਊ। ਤੇ ਗੁਰੂ ਸਾਹਿਬ ਜੀ ਨੂੰ ਵਿਚਾਰ ਦਾ ਪਤਾ ਲੱਗ ਗਿਆ। ਗੁਰੂ ਸਾਹਿਬ ਜੀ ਉੱਥੇ ਬੈਠੇ ਸਨ ਤੇ ਗੁਰਿਆਈ ਤੇ ਦੁਬਾਰਾ ਆ ਗਏ। ਜਦੋਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ ਤੇ ਗੁਰੂ ਸਾਹਿਬ ਕਹਿਣ ਲੱਗੇ ਭਲਿਆ, ਅਸੀਂ ਤਾਂ ਤੈਨੂੰ ਗੁਰੂ ਨਾਨਕ ਦੇ ਘਰ ਦੀ ਵਡਿਆਈ ਦਿਵਾਉਣੀ ਸੀ, ਤੈਨੂੰ ਗੁਰੂ ਨਾਨਕ ਦੇ ਘਰ ਦੀ ਗੁਰਿਆਈ ਦੇਣ ਨੂੰ ਤਿਆਰ ਸਾਂ, ਪਰ ਸੱਚ ਜਾਣੀ ਜੇਕਰ ਤੇਰਾ ਮਨ ਉਸ ਘੋੜੇ ਨੂੰ ਲੈਣ ਨੂੰ ਕਰਦਾ, ਸਨੇ ਕਾਠੀ ਤੈਨੂੰ ਉਹ ਘੋੜਾ ਮੰਗਵਾ ਕੇ ਦੇ ਰਿਹਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰਮਾਤਮਾ ਬਹੁਤ ਦਇਆਲੂ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕਹਿਣ ਤੋਂ ਭਾਵ ਕਿ ਜਦੋਂ ਆਪਾਂ ਕੋਈ ਬਾਣੀ ਪੜ੍ਹਨੀ ਹੈ ਜਾਂ ਜਦੋਂ ਆਪਾਂ ਬਾਣੀ ਨੂੰ ਸੁਣਨਾ ਹੈ, ਅਕਸਰ ਅਰਦਾਸ ਇੱਕ ਬੇਨਤੀ ਕਰਦਾ ਹੁੰਦਾ, ਅਰਦਾਸ ਕਰੋ ਕਿ ਮਨ ਸਾਡਾ ਕਦੇ ਡੋਲੇ ਨਾ। ਕਈ ਬੰਦੇ ਇਹੋ ਜਿਹੇ ਨੇ, ਉਹ ਕਹਿੰਦੇ ਸਾਡਾ ਮਨ ਕਦੇ ਡੋਲ ਨਹੀਂ ਸਕਦਾ, ਅਸੀਂ ਅਡੋਲ ਹਾਂ। ਕਦੇ ਇਤਿਹਾਸ ਪੜ੍ਹ ਕੇ ਦੇਖੋ, ਹੋ ਸਕਦਾ ਹੈ ਗੰਗੂ ਦਾ ਮਨ ਉਸ ਸਮੇਂ ਠੀਕ ਹੋਵੇ ਜਿਸ ਸਮੇਂ ਉਹਨੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਹਾ ਤੁਸੀਂ ਮੇਰੇ ਨਾਲ ਮੇਰੇ ਘਰ ਚਲੋ, ਤੇ ਜਦੋਂ ਉਹਨੇ ਮੋਹਰਾਂ ਦੀ ਖੁਰਜਰੀ ਦੇਖ ਲਈ ਹੋਵੇ, ਹੋ ਸਕਦਾ ਉਦੋਂ ਉਹਦਾ ਮਨ ਜਿਹੜਾ ਉਹ ਲਲਚਾ ਗਿਆ ਹੋਵੇ। ਇਸ ਕਰਕੇ ਅਰਦਾਸ ਕਰੋ, ਇਹ ਮੇਰੇ ਮਨ ਆਦਿ ਤੋਂ ਲੈ ਕੇ ਅੰਤ ਤੱਕ ਨਾ ਡੋਲੀ, ਇਹੋ ਜਿਹੀ ਕਿਰਪਾ ਸਾਡੇ ਤੇ ਮਾਲਕ ਕਰੇ। ਕਿਉਂਕਿ ਮਨ ਵੇਚੈ ਸਤਿਗੁਰ ਕੈ ਪਾਸ, ਜੇਕਰ ਭਾਈ ਤੂੰ ਇੱਥੇ ਆਉਣਾ ਹੈ, ਤੇਰੀਆਂ ਚਤਰਾਈਆਂ ਨਹੀਂ ਚੱਲਣੀਆਂ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ। ਮਹਾਰਾਜ ਕਹਿੰਦੇ ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਇੱਥੇ ਕੋਈ ਸਿਆਣਪ ਨਹੀਂ ਚੱਲਣੀ, ਜੇ ਤੇਰੀਆਂ ਲੱਖਾਂ ਹੀ ਸਿਆਣਪਾਂ ਨੇ ਉਹ ਤੂੰ ਆਪਣੇ ਕੋਲ ਰੱਖ ਸਕਦਾ, ਇੱਥੇ ਨਹੀਂ ਆਉਣੀਆਂ ਕੰਮ। ਮਹਾਰਾਜ ਕਹਿੰਦੇ ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਹੈ। ਜਿਹੜਾ ਬੰਦਾ ਚਤੁਰ ਬਣ ਜਾਂਦਾ ਹੈ, ਸਿਆਣਾ ਹੋ ਜਾਂਦਾ ਹੈ, ਉਹਦੀਆਂ ਜਿਹੜੀਆਂ ਚਤਰਾਈਆਂ ਨੇ ਨਾ, ਉਹ ਕਿਤੇ ਕੰਮ ਨਹੀਂ ਆਉਂਦੀਆਂ। ਇਸ ਕਰਕੇ ਸਾਧ ਸੰਗਤ, ਜੇ ਆਪਾਂ ਬਾਣੀ ਪੜ੍ਹਦੇ ਹਾਂ ਨਾ, ਬਹੁਤੇ ਲੋਕਾਂ ਦੇ ਮਨਾਂ 'ਚ ਜਾਂ ਸਾਡੇ ਵਰਗਿਆਂ ਦੇ ਮਨਾਂ ਦੇ ਵਿੱਚ ਪਤਾ ਕੀ ਹੁੰਦਾ ਕਿ ਗੁਰੂ ਸਾਹਿਬ ਕੋਲੋਂ ਸਾਡੀ ਇਹ ਦੇਣ ਮਿਲ ਜਾਵੇ। ਇਹ ਜੇ ਅਰਦਾਸ ਨਾ ਮਨਜ਼ੂਰ ਹੋਈ
ਅਸੀਂ ਗੁਰੂ ਸਾਹਿਬ ਨੂੰ ਮੰਨਣਾ ਛੱਡ ਦੇਣਾ, ਅਸੀਂ ਧਰਮ ਛੱਡ ਦੇਣਾ। ਸਾਧ ਸੰਗਤ, ਅੱਜ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਨ ਲੱਗਾ। ਸ਼ਾਇਦ ਆਪ ਜੀ ਕੁਝ ਸਿੰਘਾਂ ਨੇ ਨਾਮ ਵੀ ਸੁਣਿਆ ਹੋਵੇ, ਡਾਕਟਰ SS ਅਮੋਲ। ਉਹਨਾਂ ਦੇ ਬਾਰੇ ਦੇ ਵਿੱਚ ਮੈਂ ਇੱਕ ਵਾਰ ਪੜ੍ਹਿਆ, ਉਹ ਮੈਨੂੰ ਉਦਾਹਰਣ ਬਹੁਤ ਵਧੀਆ ਲੱਗੀ, ਮੈਨੂੰ ਅੱਜ ਯਾਦ ਆਈ ਤਾਂ ਮੈਂ ਸੋਚਿਆ ਚਲੋ ਸੰਗਤ ਬਣੇਗੀ ਕਿਤੇ ਸੁਣਾਵਾਂਗੇ। ਉਹਨੂੰ ਕਹਿਣ ਲੱਗੇ ਕਿ ਭਾਈ ਤੈਨੂੰ ਅਸੀਂ ਪੜ੍ਹਾ ਦਿਆਂਗੇ, ਪਰ ਤੂੰ ਈਸਾਈ ਧਰਮ ਨੂੰ ਕਬੂਲ ਕਰ ਲੈ। ਤੂੰ ਈਸਾਈ ਮਤ ਦਾ ਚੱਲ ਕਬੂਲ ਵੀ ਨਾ ਕਰ, ਪਰ ਤੂੰ ਈਸਾਈ ਮਤ ਨੂੰ ਚੰਗਾ ਕਹਿ ਦਿਆ ਕਰ ਆਪਣੇ ਪ੍ਰਚਾਰ ਦੇ ਵਿੱਚ। ਉਹਨੂੰ ਇੱਕ ਵਾਰ ਕੀ ਹੋਇਆ, ਪਹਿਲਾਂ ਤਾਂ ਉਹ ਮੰਨ ਗਿਆ, ਕਹਿਣ ਲੱਗਾ ਕੋਈ ਗੱਲ ਨਹੀਂ, ਪ੍ਰਚਾਰ ਹੀ ਆ, ਕੋਈ ਨਹੀਂ, ਕਹਿ ਦਿਆ ਕਰਾਂਗੇ। ਤੇ ਇਸ ਗੱਲ ਦਾ ਉਹ ਗਵਾਹ ਹੈ, ਉਹਨੇ ਆਪ ਲਿਖਿਆ। ਕਹਿਣ ਲੱਗਾ ਜਦੋਂ ਮੈਂ ਉੱਥੇ ਗਿਆ, ਇੱਕ ਕੂਕਰ, ਇੱਕ ਕੁੱਤਾ, ਉਸਨੇ ਮੇਰੀ ਜ਼ਿੰਦਗੀ ਨੂੰ ਪਲਟ ਦਿੱਤਾ। ਉਸ ਕੁੱਤੇ ਨੂੰ ਗੁਆਂਢੀ ਰੋਟੀ ਪਾਉਂਦੇ ਨੇ, ਉਹ ਰੋਟੀ ਨਹੀਂ ਖਾਂਦਾ। ਮਾਲਕ ਨੇ ਉਸਨੂੰ ਕੁੱਟ ਕੇ ਬਾਹਰ ਭੇਜਿਆ, ਪਰ ਉਹ ਆਖਰ ਫਿਰ ਵੀ ਆਪਣੇ ਮਾਲਕ ਦੇ ਦਰਵਾਜ਼ੇ ਦੇ ਅੱਗੋਂ ਪਰੇ ਨਹੀਂ ਹਟਦਾ। ਉਹਨੂੰ ਪਤਾ ਹੈ ਕਿ ਮੇਰਾ ਮਾਲਕ ਮੈਨੂੰ ਜ਼ਰੂਰ ਰੱਖੇਗਾ। ਇਸੇ ਤਰ੍ਹਾਂ ਉਹਨੇ ਕਿਹਾ ਕਿ ਸਾਡੀ ਬਿਰਤੀ ਆਪਣੇ ਗੁਰੂ ਦੇ ਉੱਪਰ ਹੋਣੀ ਚਾਹੀਦੀ ਹੈ, ਸਾਡਾ ਵਿਸ਼ਵਾਸ ਆਪਣੇ ਗੁਰੂ 'ਤੇ ਹੋਣਾ ਚਾਹੀਦਾ ਹੈ। ਗੁਰਮੁਖ ਪਿਆਰਿਓ, ਇਹ ਬੇਨਤੀਆਂ ਮੈਂ ਤਾਂ ਕੀਤੀਆਂ ਨੇ ਕਿਉਂਕਿ ਸਾਡਾ ਵਿਸ਼ਵਾਸ ਗੁਰੂ 'ਤੇ ਨਹੀਂ। ਸੱਚ ਜਾਣਿਓ, ਮੈਂ ਕਿਸੇ ਨੂੰ ਨਿੰਦਦਾ ਨਹੀਂ। 100 ਚੋਂ ਤਕਰੀਬਨ 50% ਐਸੇ ਲੋਕ ਨੇ ਜਿਹੜੇ ਗੁਰੂ ਘਰ ਜਾਂਦੇ ਨੇ, ਤੇ 50% ਐਸੇ ਸਿੱਖ ਨੇ ਜਿਹੜੇ ਗੁਰੂ ਘਰ ਵੀ ਜਾਂਦੇ ਨੇ, ਤੇ ਤਵੀਤਾਂ ਨੂੰ ਵੀ ਪਾਉਂਦੇ ਨੇ, ਧਾਗਿਆਂ ਨੂੰ ਵੀ ਗ੍ਰਹਿਣ ਕਰਦੇ ਨੇ, ਫਾਂਡੇ ਵੀ ਕਰਾਉਂਦੇ ਨੇ। ਸੱਚ ਜਾਣਿਓ, ਤੇ ਕਹਿਣ ਲੱਗਿਆ ਮੈਨੂੰ ਬਹੁਤ ਸ਼ਰਮ ਆ ਰਹੀ, ਪਰ ਆਪਾਂ ਅੰਮ੍ਰਿਤ ਵੀ ਛਕਿਆ। ਕਈ ਵੀ ਜਾਂਦੇ ਆ, ਦਰਗਾਹੇ ਜਾਣਾ, ਦਰਗਾਹ 'ਤੇ ਜਾਣਾ ਚਾਹੀਦਾ ਭਾਈ। ਮੈਂ ਤੇ ਕਿਸੇ ਦਾ ਧੰਨਵਾਦ, ਮੈਂ ਕਿਸੇ ਨੂੰ ਨਿਰਾਦਰਦਾ ਨਹੀਂ। ਸਾਧ ਸੰਗਤ, ਸਮਾਪਤੀ ਦਾ ਇਸ਼ਾਰਾ ਹੋ ਚੁੱਕਾ ਹੈ। ਆਓ ਹੁਣ ਆਪਾਂ ਸਿਮਰਨ ਕਰਕੇ ਸਮਾਪਤੀ ਕਰਨੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਆਖਰ ਵਿੱਚ ਇਹੀਓ ਬੇਨਤੀ, ਦੇਹਧਾਰੀ ਗੁਰੂ ਨੂੰ ਆਪਣਾ ਗੁਰੂ ਨਾ ਮੰਨਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਿਓ। ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ, ਨਿਮਾਣੇ ਨੂੰ ਮਾਨ ਬਖਸ਼ ਕੇ ਅਣਜਾਣ ਜਿਹਾ ਸਮਝ ਕੇ ਮੁਆਫ ਕਰ ਦਿਓ। ਆਓ ਸਿਮਰਨ ਦੇ ਨਾਲ ਜੁੜੀਏ ਜੀ। ਵਾਹਿਗੁਰੂ 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 ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਨਿਰਮਲਜੀਤ ਸਿੰਘ ਜੀ, ਜਿਨ੍ਹਾਂ ਨੇ ਆਪ ਸਮੂਹ ਸੰਗਤ ਨਾਲ ਕੁਝ ਕੁ ਬਚਨ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਸਾਂਝੇ ਕੀਤੇ ਹਨ। ਦਾਸ ਨੇ ਆਰੰਭ ਦੇ ਵਿੱਚ ਵੀ ਬੇਨਤੀ ਕੀਤੀ ਸੀਗੀ
ਕਿ ਦੇਖੋ ਭਾਵੇਂ ਨੇਤਰਾਂ ਦੇ ਵਿੱਚ ਜੋਤ ਨਹੀਂ ਹੈ, ਪਰ ਲਗਨ ਗੁਰੂ ਕੇ ਚਰਨਾਂ ਦੇ ਵਿੱਚ ਹੈ। ਨਿਤਨੇਮ ਦੀਆਂ ਸਾਰੀਆਂ ਗੁਰਬਾਣੀਆਂ ਇਸ ਬੱਚੇ ਨੂੰ ਕੰਠ ਹਨ, ਔਰ ਹੋਰ ਵੀ ਕਈ ਬਾਣੀਆਂ ਇਹਨਾਂ ਨੂੰ ਬੇਅੰਤ ਸ਼ਬਦ ਗੁਰਬਾਣੀ ਦੇ ਕੰਠ ਹਨ। ਔਰ ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ, ਅਗਾਂਹ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਬਲ ਬੁੱਧ ਬਖਸ਼ਿਸ਼ ਕਰਨ। ਆਓ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਦਾ ਆਨੰਦ ਮਾਣੀਏ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।